ਸਤਿਕਾਰਯੋਗ ਸਾਥੀਓ, ਸਭ ਨੂੰ ਸਤਿ ਸ੍ਰੀ ਅਕਾਲ। ਹਾਂਜੀ ਸਾਥੀਓ, ਤੁਹਾਨੂੰ ਪਤਾ ਹੀ ਆ ਵੀ ਛੁੱਟੀਆਂ ਵੀ ਲੰਘ ਚੁੱਕੀਆਂ, ਵੋਟਾਂ ਵੀ ਲੰਘ ਚੁੱਕੀਆਂ ਤੇ ਕੱਲ੍ਹ ਦਾ ਬਜਟ ਵੀ ਲੰਘ ਚੁੱਕਿਆ। ਤੇ ਇਹਨਾਂ ਛੁੱਟੀਆਂ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਇਆ ਯੂਨੀਅਨ ਨੂੰ। ਤੇ ਵੋਟਾਂ ਦੇ ਵਿੱਚ ਹਾਰ ਮਿਲੀ ਆ ਪਾਰਟੀ ਨੂੰ, ਪਰ ਉਹਦੇ ਨਾਲ ਪਾਰਟੀ ਨੂੰ ਬਹੁਤਾ ਕੋਈ ਫਰਕ ਨਹੀਂ ਪੈਣ ਲੱਗਿਆ, ਕਿਉਂਕਿ ਅਜੇ ਉਹਨਾਂ ਦਾ ਟਾਈਮ ਬਹੁਤ ਪਿਆ। ਉਹ ਆਪਣੀ ਚਾਲ ਨਾਲ ਹੀ ਚੱਲਣਗੇ। ਜੋ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਆਪਣੀ ਚਾਲ ਨਾਲ ਹੀ ਚੱਲੂਗੀ। ਉਹਨਾਂ ਨੇ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ ਇੱਥੇ ਉਹਨਾਂ ਦੀ ਬਹੁਮਤ ਬਹੁਤ ਜ਼ਿਆਦਾ ਆ ਅਤੇ ਅਗਲੀਆਂ ਵੋਟਾਂ ਦੇ ਵਿੱਚ ਬਹੁਤ ਸਮਾਂ ਪਿਆ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜੋ ਕੰਮ ਕਰਨੇ ਨੇ, ਉਹਨਾਂ ਨੂੰ ਟਕਿਆਈ ਨਾਲ ਕਰਨਗੇ। ਪਰ ਆਪਾਂ ਨੂੰ ਉਹਨਾਂ ਦੀ ਟਕਿਆਈ ਬਹੁਤ ਤੰਗ ਕਰ ਰਹੀ ਆ। ਉਹਨਾਂ ਨੇ ਤਾਂ ਆਪਦੇ ਚਾਲ ਚੱਲ ਰਹੇ ਨੇ, ਪਰ ਆਪਣੇ ਲਈ ਇੱਕ ਇੱਕ ਦਿਨ ਬਹੁਤ ਔਖਾ। ਅਤੇ ਛੁੱਟੀਆਂ ਦੇ ਦੌਰਾਨ ਨਹੀਂ ਕੁਛ ਹੋਇਆ। ਕੱਲ੍ਹ ਬਜਟ ਪੇਸ਼ ਹੋਇਆ, ਉਹਦੇ ਵਿੱਚ ਵੀ ਆਪਾਂ ਨੂੰ ਕੁਛ ਪ੍ਰਾਪਤ ਨਹੀਂ ਹੋਇਆ। ਅਤੇ ਇਸ ਦੇ ਸੰਬੰਧੀ ਦੇਖੋ, ਬਹੁਤ ਜ਼ਿਆਦਾ ਸੋਚਣ ਦੀ ਲੋੜ ਆ ਸਾਰਿਆਂ ਨੂੰ। ਮੈਂ ਵੀ ਖੁਦ ਵਿੱਚ ਆਉਣਾ ਉਸ ਦੇ ਵਿੱਚ, ਅਤੇ ਸੋਚਿਆ ਵੀ ਹੈ ਬਹੁਤ ਜ਼ਿਆਦਾ ਵੀ ਕੀ ਹੱਲ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਨਾ ਚਾਹੁੰਦੇ ਹੋਏ ਵੀ ਸਭ ਨੂੰ ਏਕਾ ਕਰਨਾ ਪਊਗਾ। ਜੇ ਵਾਕਿਆ ਹੀ ਇਹ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦੇ ਨੇ, ਤਾਂ ਨਾ ਚਾਹੁੰਦੇ ਹੋਏ ਵੀ ਏਕਾ ਕਰਨਾ ਪਊ। ਕਹਿੰਦੇ ਹੁੰਦੇ ਨੇ, ਜਿਸ ਦਾ ਆਪਾਂ ਨੇ ਬਿਲਕੁਲ ਵੀ ਪਰਛਾਵਾਂ ਨਹੀਂ ਲੈਣਾ ਹੁੰਦਾ, ਤਾਂ ਉਹਦੇ ਨਾਲ ਵੀ ਚੱਲਣਾ ਪੈ ਜਾਂਦਾ ਹੁੰਦਾ। ਕਿਉਂ ਵੀ ਉਹ ਇਸ ਕਰਕੇ ਆਪਾਂ ਨੂੰ ਪਤਾ ਹੀ ਹੈ ਵੀ ਜੇ ਏਕੇ ਨਾਲ ਹੀ ਪ੍ਰਾਪਤ ਹੋਊਗਾ। ਛੁੱਟੀਆਂ ਦੇ ਸ਼ੁਰੂਆਤ ਦੇ ਵਿੱਚ ਇੱਕਦਮ ਖੁੰਬਾਂ ਵਾਂਗੂ ਉੱਠੇ ਪ੍ਰਧਾਨ ਕਾਫੀ ਜ਼ਿਆਦਾ। ਕੀ ਹੋਇਆ ਦੇਖੋ, ਮੋਹਾਲੀ ਧਰਨਾ ਲੱਗ ਗਿਆ, ਇੰਨੇ ਨੂੰ ਅਸੀਂ ਰੈਲੀ ਕਰਾਂਗੇ ਜੀ। ਅਤੇ ਆਪਣੇ ਕੁਝ ਸਾਥੀ ਸੰਗਰੂਰ ਟੈਂਕੀ 'ਤੇ ਵੀ ਚੜ੍ਹੇ। ਵੀ ਇੰਨਾ ਜ਼ਿਆਦਾ ਇਹ ਗੰਦ ਪਾਉਣ ਵਾਲੀ ਉਹ ਗੱਲ ਸੀਗੀ। ਗੰਦ, ਮੈਂ ਸਿੱਧੇ ਅਤੇ ਸਪਸ਼ਟ ਸ਼ਬਦਾਂ 'ਚ ਕਹੂੰਗਾ ਵੀ ਗੰਦ ਪਾਉਣ ਵਾਲੀ ਗੱਲ ਸੀਗੀ। ਜਦੋਂ ਤਾਂ ਇਹਨਾਂ ਨੂੰ ਕੁਛ ਨਾ ਕੁਛ ਥੋੜ੍ਹੀ ਜਿਹੀ ਗੱਲ ਮਿਲਦੀ ਹੈ ਵੀ ਇੱਕ ਨੂੰ ਮੀਟਿੰਗ ਮਿਲ ਗਈ, ਤਾਂ ਦੂਜੇ ਪਿੱਛੇ ਉਸੇ ਟਾਈਮ ਰੈਲੀ ਅਨਾਊਂਸ ਕਰ ਦਿੰਦੇ ਨੇ, ਜਾਂ ਕੋਈ ਵੀ ਪ੍ਰੋਗਰਾਮ ਰੱਖ ਦਿੰਦੇ ਨੇ ਵੀ ਅਸੀਂ ਵੀ ਉਸ ਮੀਟਿੰਗ 'ਚ ਜਾਈਏ। ਅਸੀਂ ਹੱਥ ਬੰਨ੍ਹਦੇ ਹਾਂ। ਦੇਖੋ, ਅਸੀਂ ਨੇ ਇਹ ਗੱਲ ਸੰਗਰੂਰ ਜ਼ਿਲ੍ਹੇ ਦੀ ਮੇਨ ਆ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਵੀ ਕੰਮ ਕਰਦਾ ਲੀਡਰਸ਼ਿਪ, ਕਦੇ ਵੀ ਉਹਨਾਂ ਨੇ ਕਿਸੇ ਦੀਆਂ ਲੱਤਾਂ ਨਹੀਂ ਖਿੱਚੀਆਂ ਹੈਗੀਆਂ, ਕਦੇ ਵੀ। ਬੇਸ਼ੱਕ ਸਾਡੇ ਅਗਵਾਈ ਮੱਖਣ ਤੋਲਾਵਾਲ ਨੇ ਕੀਤੀ ਆ, ਜਾਂ ਕਿਤੇ ਨਾ ਕਿਤੇ ਅਸੀਂ ਵੀ ਥੋੜ੍ਹੀ ਮੋਟੀ ਅਗਵਾਈ ਕੀਤੀ ਆ, ਜਾਂ ਹੋਰ ਸਾਥੀ ਆਪਣੇ ਲਵਪ੍ਰੀਤ ਕੋਟੜਾ, ਸਤਿਗੁਰ ਗਦਰਿਆਣੀ, ਜਾਂ ਗੁਰਚਰਨ ਸੇਖੂਵਾਸ, ਜੋ ਵੀ ਸੰਗਰੂਰ ਜ਼ਿਲ੍ਹੇ 'ਚੋਂ ਅਗਵਾਈ ਕਰਦਾ ਆਪੋ ਆਪਣੇ ਏਰੀਏ 'ਚ, ਪਰ ਉਹ ਕਦੇ ਵੀ ਕਿਸੇ ਹੋਰ ਉਹਦੀ ਲੱਤਾਂ ਨਹੀਂ ਖਿੱਚਦਾ ਹੈਗਾ। ਪਰ ਬਾਕੀ ਜ਼ਿਲ੍ਹਿਆਂ ਦੇ ਆਗੂਆਂ ਦੇ ਅੰਦਰ ਐਡੀ ਚੌਧਰਦਾਰੀ ਫਸੀ ਹੋਈ ਹੈ, ਉਹ ਲੱਤਾਂ ਖਿੱਚਦੇ ਨੇ, ਉਹ ਨਾਲ ਦੀ ਨਾਲ ਪ੍ਰੋਗਰਾਮ ਅਨਾਊਂਸ ਕਰਦੇ ਨੇ। ਅਤੇ ਇੰਨੀ ਫੁੱਟ ਆ ਉਹਨਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਹੀ ਉਹਨਾਂ ਤੋਂ ਆਪਦੇ ਜ਼ਿਲ੍ਹੇ ਕੰਟਰੋਲ ਨਹੀਂ ਹੁੰਦੇ। ਅਸੀਂ ਅੱਜ ਵੀ ਕਹਿੰਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਵੀ ਅਜਿਹੀ ਗੱਲ ਨਹੀਂ ਹੈਗੀ। ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਸਾਰਾ ਹੀ ਜ਼ਿਲ੍ਹਾ ਮਿਲ ਕੇ ਚੱਲਦਾ, ਅਤੇ ਕੋਈ ਐਡੀ ਕਦੇ ਅਸੀਂ ਨੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਜਾਂ ਮਤਲਬ ਆਡੀਓ ਨਹੀਂ ਪਾਈਆਂ ਹੈਗੀਆਂ। ਸਾਰੇ ਇੱਕ ਦੂਜੇ ਨਾਲ ਸਹਿਮਤ ਹੋ ਕੇ ਚੱਲਦੇ ਆ। ਜਦੋਂ ਵੀ ਕੋਈ ਧਰਨਾ ਸੰਗਰੂਰ ਦੇ ਵਿੱਚ ਲੱਗਿਆ, ਅਸੀਂ ਇਕੱਠੇ ਹੋ ਕੇ ਪਹੁੰਚ ਜਾਂਦੇ ਹਾਂ। ਅਤੇ ਕਈ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਨੇ ਅਸੀਂ ਨੇ ਸੰਗਰੂਰ 'ਚ, ਜਦੋਂ ਵੀ ਦਿੱਤੇ ਨੇ। ਅਤੇ ਪਰ ਜਿਹੜੇ ਉੱਪਰਲੇ ਨੇ, ਉਹਨਾਂ ਦੇ ਵਿੱਚ ਹੈ ਬਹੁਤ ਜ਼ਿਆਦਾ। ਉਹ ਤਾਂ ਮਿੰਟ ਮਿੰਟ 'ਤੇ ਗਿਰਗਿਟ ਵਾਂਗੂ ਬਦਲੀ ਜਾਂਦੇ ਨੇ। ਤਾਂ ਉਹਨਾਂ ਨੂੰ ਆਪਣੇ ਰੁਜ਼ਗਾਰ ਦੀ ਘੱਟ ਪਰਵਾਹ ਅਤੇ ਆਪਦੀ ਲੀਡਰੀ ਦੀ ਬਹੁਤ ਜ਼ਿਆਦਾ ਪਰਵਾਹ, ਸੋਚ ਲੱਗ ਜਾਂਦੀ ਆ। ਮੈਂ ਗੱਲ ਪੰਜੇ ਕਨਵੀਨਰਾਂ ਦੀ ਕਰਦਾ। ਪੰਜੇ ਕਨਵੀਨਰ ਸੁਣ ਲਓ, ਜਦੋਂ ਤਾਂ ਉਹ ਮੋਹਾਲੀ ਧਰਨਾ ਲੱਗਿਆ ਹੋਇਆ ਸੀ, ਉਦੋਂ ਤਾਂ ਉਹਨਾਂ ਦੇ ਮੂੰਹ ਇੱਕ ਦੂਜੇ ਵੱਲ ਪਰਾਂ ਸੀਗੇ। ਉਹਨਾਂ ਨੇ ਇੱਕ ਦੂਜੇ ਨੂੰ ਕੀ ਕੁਛ ਨਹੀਂ ਕਿਹਾ, ਜਨਾਨੀ ਮੱਤ ਤੱਕ ਹੋਰ ਇੱਕ ਦੂਜੇ ਨੂੰ ਕਿਹਾ, ਅਤੇ ਕਹਿੰਦੇ ਸੀ ਵੀ ਨਾ ਜੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਵੀ ਇੱਕ ਦੂਜੇ ਨੂੰ। ਜਦ ਕਿ ਉਸ ਟਾਈਮ ਕੇਡਰ ਇੰਨਾ ਨਿਕਲਿਆ ਵੀ ਉਹਨਾਂ ਨੇ ਆਪਸ ਵਿੱਚ ਆਪਦਾ ਇਹ ਨਹੀਂ ਦੇਖਿਆ ਵੀ ਸਾਡਾ ਘਰ ਲੱਗ ਰਿਹਾ ਜਾਂ ਸਾਡਾ ਸਮਾਂ ਬਰਬਾਦ ਹੋ ਰਿਹਾ। ਪਰ ਕੇਡਰ ਨੇ ਕੋਈ ਘਾਟ ਨਹੀਂ ਛੱਡੀ, ਇੰਨਾ ਬੱਸਾਂ ਭਰ ਕੇ ਜਾਂਦੇ ਰਹੇ। ਇਹਨਾਂ ਨੇ ਆਪਦੀ ਫੁੱਟ ਨਾਲ, ਪਤਾ ਨਹੀਂ ਇਹਨਾਂ ਨੇ ਕੀ ਤੀਗਾ ਕੀ ਨਹੀਂ, ਇਹਨਾਂ ਨੇ ਮੰਨ ਕੇ ਦਿੱਤੀ। ਦੇਖੋ, 5 ਤੀਗੇ, 5 ਦੀ ਜਗ੍ਹਾ 6 ਕਰ ਲਾਂਦੇ ਕਨਵੀਨਰ, 7 ਕਰ ਲਾਂਦੇ, ਕੀ ਫਰਕ ਪੈਣ ਲੱਗਾ ਸੀ। ਪਰ ਇਹਨਾਂ ਨੇ ਆਪਦੀ ਚੌਧਰ ਦੇ ਮਾਰੇ ਨੁਕਸਾਨ ਕੀਤਾ। ਪੂਰਾ ਸਿਰੇ 'ਤੇ ਲੱਗਿਆ ਹੋਇਆ ਸੰਘਰਸ਼ ਢਾਹਿਆ ਪੰਜਾਂ ਨੇ। ਅਤੇ ਇਹ ਜਦੋਂ ਆਪ ਇਹਨਾਂ ਨੇ ਉਹ ਕਰਨਾ ਹੁੰਦਾ, ਇਹ ਨਹੀਂ ਦੇਖਦੇ ਵੀ ਹੁਣ ਇਹਦੇ ਨਾਲ ਰਲਣਾ ਕਿ ਨਾ। ਜਦੋਂ ਤਾਂ
ਇਹਨਾਂ ਨੇ ਰਲਣਾ ਹੁੰਦਾ, ਉਦੋਂ ਤਾਂ ਉਹ ਬਿਲਕੁਲ ਦੁੱਧ ਧੋਤਾ ਹੋ ਜਾਂਦਾ, ਬਿਲਕੁਲ ਉਹਨੂੰ ਗੰਗਾ ਇਸ਼ਨਾਨ ਕਰਾ ਲਿਆਉਂਦੇ ਨੇ ਵੀ ਹੁਣ ਇਹ ਬਿਲਕੁਲ ਸਹੀ ਆ ਤੇ ਅਸੀਂ ਇਹਦੇ ਨਾਲ ਰਲ ਗਏ ਜੀ, ਆ ਜਾਓ। ਜਦੋਂ ਕੋਈ ਆਮ ਵਲੰਟੀਅਰ ਕਿਸੇ ਦੇ ਪਿੱਛੇ ਜਾਂਦਾ, ਫਿਰ ਇਹ ਇਹਨਾਂ ਨੇ ਭਾਅ ਦੀ ਬਣ ਜਾਂਦੀ ਆ। ਫਿਰ ਇਹ ਕਹਿੰਦੇ ਨੇ ਤੁਸੀਂ ਉਧਰ ਕਿਉਂ ਜਾਂਦੇ ਹੋ, ਤੁਸੀਂ ਇੱਧਰ ਨਹੀਂ, ਆ ਬਾ। ਉਦੋਂ ਇਹ ਇੰਨੇ ਆਰੋਪ ਲਾਉਂਦੇ ਨੇ, ਇੰਨਾ ਮਾੜਾ ਬਣਾਉਂਦੇ ਨੇ ਅਗਲੇ ਨੂੰ ਵੀ ਬਹੁਤ ਜ਼ਿਆਦਾ ਮਾੜਾ ਬਣਾਉਂਦੇ ਨੇ। ਪਲ ਪਲ ਤੇ ਇਹਨਾਂ ਦਾ ਪੰਜੇ ਛੀਆਂ ਦਾ ਜਿਹੜੇ ਵੀ ਹੈਗੇ ਨੇ, ਜਿਨ੍ਹਾਂ ਨੇ ਮੋਹਾਲੀ ਧਰਨੇ ਦੀ ਅਗਵਾਈ ਕਰੀ, ਬਹੁਤ ਜ਼ਿਆਦਾ ਗੰਦ ਪਾਇਆ। ਤੇ ਦੂਜਾ, ਪਹਿਲਾਂ ਤਾਂ ਜਿਹੜਾ ਤਾਲਮੇਲ ਵਾਲਾ ਤਾਂ ਉਹਨਾਂ ਨੇ ਤਾਂ ਕੋਈ ਕਸਰ ਛੱਡੀ ਹੋਣੀ ਸੀਗੀ, ਉਹਨਾਂ ਨੂੰ ਤਾਂ ਮੈਂ ਕਦੇ ਵੀ ਮਾਫ ਨਹੀਂ ਕਰੂੰਗਾ। ਜਨਤਕ ਭਰਤੀ ਕਢਾਉਣ ਦੇ ਜ਼ਿੰਮੇਵਾਰ ਹੀ ਤਾਲਮੇਲ ਵਾਲੇ ਤੀ ਨਾ, ਕਹਿੰਦੇ ਐਡਾ ਕੰਮ ਹੁੰਦਾ ਨਾ, ਇੰਨੇ ਧਰਨੇ ਲੱਗਦੇ। ਜੇ ਪਹਿਲਾਂ ਹੀ ਜਦੋਂ ਉਹ ਕਹਿੰਦੇ ਸੀ ਸਾਡੀ ਸਰਕਾਰ ਨਾਲ ਗੱਲਬਾਤ ਚੱਲਦੀ ਹੈ ਜਸਵਿੰਦਰ ਸਿੱਧੂ ਰਾਹੀਂ ਜਾਂ ਹੋਰ, ਜੇ ਉਦੋਂ ਇਹ ਵਿਭਾਗੀ ਭਰਤੀ ਉਹ ਹੁੰਦੀ, ਜਦੋਂ HTCH ਦੀ ਭਰਤੀ ਵਿਭਾਗੀ ਹੋਈ ਸੀ, ਤਾਂ ਚੁੱਪਚਾਪ ਇਹ ਭਰਤੀ ਵੀ ਵਿਭਾਗੀ ਹੋ ਸਕਦੀ ਸੀ। ਇੱਕ ਉੱਚਾ ਅਹੁਦਾ ਤਾਂ ਇਹ ਦਿੰਦੇ ਨੇ ਵਲੰਟੀਅਰ ਨੂੰ, ਵਲੰਟੀਅਰ ਨੂੰ ਉੱਚਾ ਅਹੁਦਾ ਤਾਂ ਮਿਲ ਗਿਆ, HTCH ਲੱਗ ਗਏ ਇੱਕ ਪੇਪਰ, ਵਿਭਾਗੀ ਪੇਪਰ ਦੇ ਕੇ। ਇੱਕ ਵਲੰਟੀਅਰ ਨੂੰ ਇਹ ਪ੍ਰੀ ਪ੍ਰਾਇਮਰੀ ਦੀ ਪੋਸਟ ਨਹੀਂ ਦੇ ਸਕਦੇ ਅਕੇ ਜੀ, ਇਹ ਨਹੀਂ ਹੋ ਸਕਦਾ, ਇਹ ਜਨਤਕ ਹੋਊਗੀ। ਕਿਉਂ ਜਨਤਕ ਹੋਊਗੀ? ਇਹ ਜਨਤਕ ਖੁਦ ਕਰਵਾਈ ਤੀ, ਤਾਲਮੇਲ ਵਾਲਿਆਂ ਨੇ ਕਰਵਾਈ ਤੀ। ਮੈਂ ਅੱਜ ਵੀ ਉਹਨਾਂ ਨੂੰ ਮਾਫ ਨਹੀਂ ਕਰੂੰਗਾ ਹਰ ਹਾਲਤ ਦੇ ਵਿੱਚ। ਉਹਨਾਂ ਨੇ ਕਿਉਂ ਕਰਵਾਈ ਤੀ? ਉਹਨਾਂ ਨੇ ਆਪਦੇ ਚਹੇਤਿਆਂ ਨੂੰ ਸੈੱਟ ਕਰਵਾਉਣ ਵਾਸਤੇ। ਕੁਛ ਉਹਦੇ ਵਿੱਚ ਜਿਹੜੇ ਤਾਲਮੇਲ ਕਮੇਟੀ ਦੇ ਵਿੱਚ ਰੈਗੂਲਰ ਸੀਗੇ, ਆਪ ਪਹਿਲਾਂ ਰੈਗੂਲਰ ਹੋ ਚੁੱਕੇ ਸੀ, ਉਹਨਾਂ ਦੇ ਘਰ ਵਾਲੀਆਂ ਜਾਂ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀ, ਉਹ ਉਹਨਾਂ ਨੂੰ ਐਡਜਸਟ ਕਰਾਉਣ ਚਾਹੁੰਦੇ ਸੀਗੇ। ਮੈਨੂੰ ਖੁਦ ਪਤਾ ਵੀ ਜਿਹੜੇ ਤਾਲਮੇਲ ਕਮੇਟੀ ਦੇ ਵਿੱਚ ਰੈਗੂਲਰ ਸੀਗੇ, ਨਵੀਂ HT ਲੱਗੇ ਸੀਗੇ ਜਾਂ CHT ਲੱਗੇ ਸੀ, ਉਹਨਾਂ ਨੇ ਇਹ ਜਨਤਕ ਕਰਵਾਈ ਤੀ ਵੀ ਹੁਣ ਆਪਾਂ ਤਾਂ ਲੱਗ ਗਏ HT, ਹੁਣ ਮੇਰੀ ਘਰ ਵਾਲੀ ਵੀ ਲੱਗ ਜੇ। ਉਹਨਾਂ ਨੇ ਇਸ ਤਰ੍ਹਾਂ ਦੀ ਇਹ ਜਨਤਕ ਭਰਤੀ ਕਰਵਾਈ। ਜੇ ਜਨਤਕ ਨਾ ਹੁੰਦੀ, ਵਿਭਾਗੀ ਹੁੰਦੀ, ਤਾਂ 83-93 ਪੋਸਟਾਂ ਤੇ ਅੱਜ ਸਾਰੇ ਆਪਣੇ ਬੈਠੇ ਹੁੰਦੇ, ਵਲੰਟੀਅਰ ਸਾਥੀ ਬੈਠੇ ਹੁੰਦੇ ਤੇ ਕੋਈ ਨਵਾਂ ਖੜੇ ਨਹੀਂ ਹੋਣਾ ਸੀ। ਇਹਨਾਂ ਨੇ ਖੁਦ ਫਰੈਸ਼ਰਾਂ ਨੂੰ ਤਿਆਰ ਕਰ ਕਰਕੇ ਇੰਨੀ ਗੰਦੀ ਚਾਲ ਚੱਲੀ, ਫਰੈਸ਼ਰਾਂ ਨੂੰ ਹੱਲਾਸ਼ੇਰੀ ਦੇ ਦੇ ਕੇ ਇੱਕ ਵਧੀਆ ਯੂਨੀਅਨ ਤਿਆਰ ਕਰਾਤੀ, ਉਹਨਾਂ ਤੋਂ ਕੇਸ ਲਗਵਾਤੇ। ਇਹਦੇ ਵਿੱਚ ਸਾਰਾ ਰੋਲ ਤਾਲਮੇਲ ਦਾ। ਉਸ ਤੋਂ ਬਾਅਦ ਜਿਹੜੇ 5 ਕਨਵੀਨਰ ਨੇ ਘੱਟ, ਉਹਨਾਂ ਨੇ ਵੀ ਨਹੀਂ ਕਰੀ। ਜਦੋਂ ਕੁਝ ਮਿਲਦਾ ਸੀਗਾ, ਨਹੀਂ ਹੁੰਦਾ ਵੀ ਦੇਖੋ ਕਹਿੰਦੇ 18,000 ਮਿਲਦਾ ਸੀ, ਅਸੀਂ ਤਾਂ ਮੀਟਿੰਗਾਂ ਦੇ ਵਿੱਚ ਗਏ ਨਹੀਂ ਗੇ, ਸਾਨੂੰ ਨਹੀਂ ਕੁਝ ਪਤਾ ਵੀ 18 ਮਿਲਦਾ ਸੀ ਜਾਂ 25 ਮਿਲਦਾ ਸੀ ਜਾਂ 15 ਮਿਲਦਾ ਸੀ। ਕੁਛ ਤਾਂ ਮਿਲਦਾ ਸੀ ਨਾ, ਕੁਛ ਤਾਂ ਲੈ ਕੇ ਦਿੰਦੇ, ਪਰ ਇਹਨਾਂ ਨੇ ਉੱਥੇ ਨਹੀਂ ਮੰਨ ਕੇ ਦਿੱਤਾ। ਇਹਨਾਂ ਨੇ ਕੁਝ ਵੀ ਲੈ ਕੇ ਨਹੀਂ ਦਿੱਤਾ ਹੈਗਾ। ਇਹ ਆਪਦੀ ਜਿੱਦਾਂ ਕਰਦੇ ਰਹੇ ਤੇ ਆਪਦਾ ਫੰਡ ਇਕੱਠਾ ਕਰਦੇ ਰਹੇ। ਪੀਪਾ ਧਰ ਲਾਂਦੇ ਸੀਗੇ ਬੇਸ਼ਰਮ ਲੋਕ, ਉੱਥੇ ਪੀਪਾ ਧਰ ਕੇ ਵੀ ਸਾਨੂੰ ਦੇ ਜੋ, ਫੰਡ ਦੇ ਜੋ, ਆਹ ਦੇ ਜੋ, ਬਾਹ ਦੇ ਜੋ। ਉੱਥੇ ਪਾਣੀ ਤੱਕ ਤਾਂ ਲੋਕ ਗੁਰਦੁਆਰੇ 'ਚ ਪੀ ਕੇ ਆਉਂਦੇ ਸੀਗੇ। ਤੁਸੀਂ ਕੀ ਸੀਗਾ, ਲੰਗਰ ਚਲਾ ਰੱਖਿਆ ਸੀ ਉੱਥੇ ਵੀ ਤੁਹਾਡਾ ਖਰਚਾ ਹੁੰਦਾ ਸੀਗਾ? ਜਿਹੋ ਜਿਹਾ ਤੁਸੀਂ ਜਾਂਦੇ ਸੀ, ਉਹੋ ਜਿਹੇ ਲੋਕ ਜਾਂਦੇ ਸੀ। ਜੇ ਤੁਸੀਂ ਮੀਟਿੰਗਾਂ 'ਚ ਜਾਣ ਦਾ ਸ਼ੌਂਕ ਰੱਖਦੇ ਸੀਗੇ, ਤਾਂ ਤੁਸੀਂ ਆਪਦੇ ਖਰਚੇ ਤੇ ਜਾਓ ਨਾ। ਜਦੋਂ ਇਹ ਮੀਟਿੰਗਾਂ 'ਚ ਜਾਣ ਦਾ ਜੇ ਤੁਸੀਂ ਸ਼ੌਂਕ ਰੱਖਦੇ ਸੀ, ਤਾਂ ਆਪਦੇ ਖਰਚੇ ਤੇ ਜਾਂਦੇ। ਪਰ ਤੁਸੀਂ ਨੇ ਇੰਨਾ ਜ਼ਿਆਦਾ ਮਤਲਬ ਲੋਕਾਂ ਦਾ ਘਾਣ ਕਰਿਆ। ਜੇ ਹੁਣ ਤੁਹਾਨੂੰ ਲੋਕ ਮੂੰਹੋਂ ਨਹੀਂ ਕੁਛ ਕਹਿੰਦੇ, ਕੋਈ ਆਡੀਓ ਨਹੀਂ ਪੈਂਦੀਆਂ ਤੁਹਾਡੇ ਖਿਲਾਫ, ਤੁਸੀਂ ਇਹ ਨਾ ਸੋਚੋ ਵੀ ਲੋਕ ਤੁਹਾਨੂੰ ਪਿਆਰ ਕਰਨ ਲੱਗੇ ਜਾਂ ਤੁਹਾਨੂੰ ਕੁਛ ਕਹਿੰਦੇ ਨਹੀਂ। ਲੋਕਾਂ ਦੇ ਦਿਲ ਅੱਜ ਵੀ ਤੁਹਾਨੂੰ ਦਰਸੀਸਾਂ ਦੇ ਰਹੇ ਨੇ, ਜਿਹੜਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੇ ਧੀਆਂ ਪੁੱਤਾਂ ਤੇ ਉਹ ਪੈ ਗਈਆਂ ਦਰਸੀਸਾਂ। ਮੈਂ ਸਿੱਧੇ ਸ਼ਬਦਾਂ 'ਚ ਕਹਿਣਾ ਵੀ ਅੱਜ ਬੇਸ਼ੱਕ ਜਿਹਨੇ ਹਾਂ ਕਰਿਆ, ਜਿਹਨੇ ਦੇਖੋ ਇਮਾਨਦਾਰੀ ਨਾਲ ਕੰਮ ਕਰਿਆ, ਉਹਨੂੰ ਕੋਈ ਡਰ ਨਹੀਂ, ਉਹਨੂੰ ਇਸ ਆਡੀਓ ਨਾਲ ਕੋਈ ਮਿਰਚਾਂ ਨਹੀਂ ਲੱਗਣਗੀਆਂ, ਬਿਲਕੁਲ ਮਿਰਚਾਂ ਨਹੀਂ ਲੱਗਣਗੀਆਂ ਉਸ ਨੂੰ ਜਿਹਨੇ ਇਮਾਨਦਾਰੀ ਨਾਲ ਦਿਲੋਂ ਕੰਮ ਕਰਿਆ ਯੂਨੀਅਨ ਦਾ। ਹਾਂ, ਜਿਹਨੇ ਚੌਧਰ ਲਈ ਕਰਿਆ, ਉਹਨੂੰ ਇਹ ਚੀਜ਼ ਦਾ ਮੈਂ ਅੱਜ ਕਹਿਣਾ ਵੀ ਤੁਹਾਨੂੰ ਇਹ ਬਹੁਤ ਮਹਿੰਗਾ ਪਊ। ਲੋਕਾਂ ਦੇ ਭਵਿੱਖ ਨਾਲ ਤੁਸੀਂ ਨੇ ਖਿਲਵਾੜ ਕਰਿਆ, ਤੁਸੀਂ ਨੇ ਲੋਕਾਂ ਦੇ ਰੁਜ਼ਗਾਰ ਨੂੰ ਰੋਲ ਕੇ ਧਰਤਾ। ਹਜੇ ਵੀ ਨਹੀਂ ਉਹ ਜਿੱਦਾਂ ਛੱਡ ਰਹੇ। ਅਸੀਂ ਅੱਜ ਵੀ ਕਹਿੰਦੇ ਹਾਂ ਵੀ ਤੁਸੀਂ ਜਿੱਦਾਂ ਛੱਡੋ ਤੇ ਤਾਂ ਕੁਛ ਸਰਕਾਰ ਦਊਗੀ, ਨਹੀਂ, ਬਿਲਕੁਲ ਵੀ ਸਰਕਾਰ ਨੇ ਨਹੀਂ ਦੇਣਾ। ਲੋਕ ਘਰਾਂ 'ਚ ਬੈਠ ਕੇ ਬਿਲਕੁਲ ਸਾਇਲੈਂਟ ਹੋ ਗਏ। ਤੇ ਹੁਣ ਇੱਕ ਮੈਂ ਹੋਰ ਗੱਲ ਕਰਾਂ, ਹਰਪ੍ਰੀਤ ਕੌਰ ਭੈਣ ਜੀ ਜਲੰਧਰ ਦੀ, ਬਹੁਤ ਮੈਂ ਠੀਕ ਕਹਿਣਾ, ਸੰਘਰਸ਼ ਕਰ ਰਹੀ ਹੈ ਵਿਚਾਰੀ ਨੇ। ਸਾਰੀਆਂ ਛੁੱਟੀਆਂ ਮੋਹਾਲੀ 'ਚ ਲੰਘਾਤੀਆਂ, ਮੋਹਾਲੀ 'ਚ ਲੰਘਾਤੀਆਂ। ਪਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਵੀ ਦਿਮਾਗੀ ਕੀੜਾ, ਮਤਲਬ ਚੌਧਰ ਦਾ। ਦੇਖੋ ਤੁਸੀਂ ਆਮ ਕੇਡਰ ਕਹਿੰਦੇ ਸੀਗੇ, ਅਸੀਂ ਤਿਆਰ ਹੋ ਗਏ ਸੀਗੇ ਵੀ ਆਮ ਕੇਡਰ ਦੀ ਲੜਾਈ ਆ, ਪਰ ਕਿਤੇ ਨਾ ਕਿਤੇ ਜਾ ਕੇ ਫੋਟੋਆਂ ਲੱਗਣ ਲੱਗ ਗਈਆਂ ਹਰਪ੍ਰੀਤ ਦੇ ਨਾਲ। ਨਹੀਂ, ਤੁਸੀਂ ਲੜੋ ਆਪਣੇ ਆਪ, ਬਾਅਦ ਦੇ ਵਿੱਚ ਬਣ ਜਿਓ ਪ੍ਰਧਾਨ। ਪ੍ਰਧਾਨ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਪ੍ਰਧਾਨਗੀ ਦੇ ਕਾਬਿਲ ਨਹੀਂ ਹੈਗੇ, ਤੁਸੀਂ ਪ੍ਰਧਾਨ ਬਹੁਤ ਵਧੀਆ ਬਣ ਸਕਦੇ ਹੋ,
ਪਰ ਕੰਮ ਕਰਕੇ ਪ੍ਰਧਾਨ ਬਣੀਦਾ ਹੁੰਦਾ। ਦੇਖੋ ਜਸਵਿੰਦਰ ਸਿੱਧੂ ਨੇ ਆਪਦੇ ਸਾਥੀਆਂ ਨੂੰ ਇਹਦੇ ਵਿੱਚੋਂ ਪੰਚਾਇਤੀ ਵਿਭਾਗ ਚੋਂ ਸਿੱਖਿਆ ਵਿਭਾਗ ਚ ਲੈ ਕੇ ਆਂਦਾ, ਪਰ ਪਹਿਲਾਂ ਉਹਦੇ ਕਿੰਨੀ ਕੁ ਨਾਮ ਚੱਲਦਾ ਸੀਗਾ। ਪਹਿਲਾਂ ਇੱਕ ਆਮ ਸੀਗਾ ਉਹ ਜਸਵਿੰਦਰ ਸਿੱਧੂ, ਪਰ ਉਹਨੇ ਮਰਨ ਵਰਤ ਤੇ ਬੈਠ ਕੇ ਜਾਂ ਭੁੱਖ ਹੜਤਾਲ ਤੇ ਬੈਠ ਕੇ ਲੋਕਾਂ ਦਾ ਕੰਮ ਕਰਾਉਣ ਤੋਂ ਬਾਅਦ ਪ੍ਰਧਾਨ ਬਣਿਆ। ਉਹਨੂੰ ਗੱਡੀਆਂ ਤੱਕ ਦੇ ਕੇ ਨਵਾਜਿਆ ਉਹਦੀ ਯੂਨੀਅਨ ਨੇ। ਜਦੋਂ ਕੰਮ ਹੋ ਜੇ ਉਸ ਤੋਂ ਬਾਅਦ ਪ੍ਰਧਾਨ ਆਟੋਮੈਟਿਕ ਬਣ ਜਾਂਦਾ ਹੁੰਦਾ ਅਗਲਾ, ਲੋਕਾਂ ਦੇ ਵਿੱਚ ਹੀਰੋ। ਪਰ ਤੁਸੀਂ ਹੀਰੋ ਪਹਿਲਾਂ ਬਣਦੇ ਹੋ, ਕੰਮ ਤੁਹਾਡਾ ਜ਼ੀਰੋ ਹੁੰਦਾ। ਸਾਰਿਆਂ ਦਾ ਇਸ ਗੱਲ ਦਾ ਗੁੱਸਾ ਨਹੀਂ ਕਰਨਾ। ਤੇ ਦੂਜਾ ਵੀ ਮਹੀਨਾ ਤੁਸੀਂ ਨੇ ਮੋਹਾਲੀ ਦੀ ਉਹ ਜਿੱਦ ਨਹੀਂ ਛੱਡੀ ਹੈਗੀ। ਤੁਹਾਨੂੰ ਕਿਹਾ ਸੀ ਪਹਿਲਾਂ ਇੱਕ ਮੀਟਿੰਗ ਅੰਬ ਸਾਹਿਬ ਦੀ ਰੱਖੀ ਸੀ, ਚਲੋ ਉਸ ਦਿਨ ਨਹੀਂ ਪਹੁੰਚ ਸਕੇ। ਤੁਸੀਂ ਨੇ ਕਿਹਾ ਵੀ ਵਿਚਾਰ ਕਰਕੇ ਜਲਦ ਹੀ ਇਸ ਧਰਨੇ ਨੂੰ ਸੰਗਰੂਰ ਕਨਵਰਟ ਕਰਿਆ ਜਾਊਗਾ। ਸੰਗਰੂਰ ਕਨਵਰਟ ਕਰਦੇ ਤੁਹਾਨੂੰ ਪਤਾ ਸੀਗਾ ਵੀ ਸਾਡੇ ਹੱਥੋਂ ਕਿਤੇ ਨਿਕਲ ਕੇ ਕਿਸੇ ਹੋਰ ਦੇ ਹੱਥ 'ਚ ਇਹ ਤਾਕਤ ਨਾ ਜੇ, ਨਹੀਂ ਲੋੜ ਹੈਗੀ। ਸੰਗਰੂਰ ਵਾਲਿਆਂ ਨੂੰ ਤਾਂ ਖਾਸ ਕਰਕੇ ਚੌਧਰ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ। ਸੰਗਰੂਰ ਜ਼ਿਲ੍ਹਾ, ਬਰਨਾਲਾ ਜ਼ਿਲ੍ਹਾ, ਮਲੇਰਕੋਟਲਾ, ਪਟਿਆਲਾ ਤੇ ਮਾਨਸਾ, ਇਹਦੇ ਜ਼ਿਲ੍ਹਿਆਂ ਦੇ ਵਿੱਚ ਇੰਨਾ ਕੋਈ ਪ੍ਰਧਾਨਗੀ ਦਾ ਉਹ ਨਹੀਂ। ਹਾਂ ਵਰਕਰ ਜ਼ਰੂਰ ਨੇ, ਮਤਲਬ ਜਿਹੜੇ ਕੇਡਰ ਆ, ਕੇਡਰ ਪੂਰਾ ਨਿਕਲਦਾ ਇਹ 5-6 ਜ਼ਿਲ੍ਹਿਆਂ ਦਾ ਜਿਹੜੇ ਉਹ ਨੇ। ਪਰ ਕਦੇ ਵੀ ਉਹਨਾਂ ਨੇ ਪ੍ਰਧਾਨਗੀ ਦਾ ਬਿਲਕੁਲ ਨਹੀਂ ਕੀਤਾ ਹੈਗਾ ਵੀ ਅਸੀਂ ਪ੍ਰਧਾਨਗੀ ਕਰਨੀ ਹੈ ਜਾਂ ਅਸੀਂ ਨੇ ਆਪਦਾ ਆਪ ਨਾਮ ਚਮਕਾਉਣਾ। ਉਹ ਕੰਮ ਕਰਦੇ ਨੇ। ਬੇਸ਼ੱਕ 2016 ਦੇ ਵਿੱਚ ਧਰਨਾ ਲੱਗਿਆ ਸੀ, 22 ਦਿਨਾਂ ਦਾ ਧਰਨਾ ਸੀਗਾ, ਪਰ ਕੁਛ ਨਾ ਕੁਛ ਲੈ ਕੇ ਦਿੱਤਾ। ਹੁਣ ਬੇਸ਼ੱਕ ਕੋਈ ਕੁਛ ਕਹੀ ਜਾਵੇ, ਸੰਗਰੂਰ ਨੇ ਜਿਹੜਾ 2 ਸਾਲਾਂ ਦਾ ਸਮਾਂ ਸੀ, 14 ਤੋਂ 16 ਤੱਕ ਦਾ ਆਪਣਾ 2 ਸਾਲ ਦਾ ਸਮਾਂ ਹੀ ਸੀਗਾ ਜਦੋਂ ਆਪਣੇ ਆਰਡਰ ਹੋਏ ਨੇ, 2 ਸਾਲਾਂ ਲਈ ਰੱਖਿਆ ਸੀ। ਜੇ ਉਹ ਸਮੇਂ ਦੀ ਹੱਦ ਤੜਵਾਈ ਤਾਂ ਸੰਗਰੂਰ ਜ਼ਿਲ੍ਹੇ ਨੇ ਤੜਵਾਈ ਸੀਗੀ, ਸੰਗਰੂਰ ਧਰਨਾ ਲਾ ਕੇ। ਅੱਜ ਬੇਸ਼ੱਕ ਕੋਈ ਆਪਦੇ ਆਪ ਨੂੰ ਕਹੀ ਜਾਵੇ ਵੀ ਅਸੀਂ ਨੇ ਕੋਈ ਪਲੈਨਿੰਗ ਨਾਲ ਕੁਛ ਨਾ ਕੁਛ ਪ੍ਰਾਪਤ ਕਰਨਾ ਹੁੰਦਾ ਤਾਂ ਕਿਸੇ ਪਲੈਨਿੰਗ ਨਾਲ ਹੁੰਦਾ। ਸੰਗਰੂਰ ਤੁਸੀਂ ਨੇ ਵੋਟਾਂ ਲੰਘਾਤੀਆਂ ਸਾਰੀਆਂ। ਮੁੱਖ ਮੰਤਰੀ ਇੱਕ ਵਾਰ ਬੈਠ ਕੇ ਨਹੀਂ, ਜਾਂਦੇ ਜਾਂਦੇ ਰੋਡਾਂ ਤੇ ਕਹਿ ਗਿਆ ਤੁਹਾਡਾ ਕੰਮ ਇੰਨੇ ਨੂੰ ਸੁਣ ਲਿਓ। ਤੇ ਦੂਜੀ ਗੱਲ, ਜਦੋਂ ਤੁਸੀਂ ਪੁੱਛਦੇ ਹੋ ਮੁੱਖ ਮੰਤਰੀ ਨੇ, ਮੈਂ ਸੁਣਿਆ ਸੀ ਗੁਰਜੀਤ ਵੀਰ ਦੀ ਗੋਕੇ ਦੀ ਆਡੀਓ ਵੀ ਵੀਡੀਓ ਦੇਖੀ ਸੀਗੀ। ਮੁੱਖ ਮੰਤਰੀ ਨੂੰ ਰੋਡ ਤੇ ਜਾਂਦੇ ਹੋਏ ਨੂੰ ਪੁੱਛ ਰਹੇ ਨੇ ਵੀ ਤੁਸੀਂ ਇਹਨਾਂ ਦਾ ਕੀ ਕਰ ਰਹੇ ਹੋ, ਕੱਚੇ ਮੁਲਾਜ਼ਮਾਂ ਦਾ ਤੇ ਰੈਗੂਲਰ। ਉਹ ਕਹਿੰਦੇ ਰੈਗੂਲਰ। ਉਹ ਆਪਾਂ ਤਾਂ ਮੁਲਾਜ਼ਮਾਂ ਚ ਆਉਂਦੇ ਨਹੀਂ, ਤੁਸੀਂ ਤਨਖਾਹ ਦਾ ਪੁੱਛੋ। ਤੁਸੀਂ ਸਿੱਧਾ ਹੀ ਪੁੱਛੋ ਵੀ 6000 ਵਾਲਿਆਂ ਦਾ ਤੁਸੀਂ ਕੀ ਕਰ ਰਹੇ ਹੋ, 6000 ਵਾਲਿਆਂ ਨੂੰ ਕੀ ਦੇ ਰਹੇ ਹੋ। 6000 ਵਾਲੇ ਨਹੀਂ, ਉਹਨਾਂ ਨੇ ਉਹਨਾਂ ਨੇ ਕਹਿਤਾ ਵੀ ਰੈਗੂਲਰ ਆ ਗਿਆ 36000 ਰੈਗੂਲਰ ਕਰ ਰਿਹਾ। ਪਰ 36000 ਦੇ ਵਿੱਚ ਕੀ ਆਪਾਂ ਉਹਨੇ ਨਹੀਂ ਆਉਂਦੇ ਹੈਗੇ। ਜੇ ਇਹਦੇ ਵਿੱਚ ਵੀ ਕੋਈ ਚਾਲਾਂ ਚੱਲ ਰਹੇ ਹੋਣਗੇ, ਅੱਧੇ ਆਗੂ ਅੱਧੇ ਕਹਿੰਦੇ ਹੋਣਗੇ ਵੀ ਅਸੀਂ ਤਾਂ ਆ ਜਾਾਂਗੇ ਵੀ ਆਪਾਂ ਪਰਾਂ ਰਹੀਏ, ਇਸ ਕਰਕੇ ਆਉਂਦੇ ਉਹ ਵੀ ਨਹੀਂ। ਅਸੀਂ ਤਾਂ ਕਹਿੰਦੇ ਵੀ ਉਹ ਆ ਜਾਣ, ਅਸੀਂ ਤਾਂ ਆਪਣੇ ਆਪ ਮੱਲੋ ਮੱਲੀ ਆ ਜਾਾਂਗੇ। ਜੇ ਇੱਕ ਵੀ ਵਲੰਟੀਅਰ ਕੋਈ ਕੱਚੇ ਮੁਲਾਜ਼ਮਾਂ ਦੇ ਵਿੱਚ ਆ ਗਿਆ ਤਾਂ ਦੂਜਿਆਂ ਨੂੰ ਆਪਣੇ ਆਪ ਰਾਹ ਹੋ ਜਾਊਗਾ। ਅਸੀਂ ਤਾਂ ਕਹਿੰਦੇ ਵੀ ਆਉਣ, ਪਰ ਆਉਂਦੇ ਨਹੀਂ ਹੈਗੇ। ਬੇਸ਼ੱਕ ਕੁਛ ਵੀ ਆ, ਜੋ ਮਰਜ਼ੀ ਅਲੱਗ ਮੀਟਿੰਗਾਂ ਕਰ ਲੈਣ ਸਰਕਾਰ ਨਾਲ, ਬੇਸ਼ੱਕ ਇਕੱਠੀਆਂ ਕਰ ਲੈਣ, ਪਰ ਆਉਂਦੇ ਨਹੀਂ ਹੈਗੇ। ਅਜੇ ਆਉਣਗੇ ਉਦੋਂ ਜਦੋਂ ਏਕੇ ਨਾਲ ਚੱਲੋਗੇ। ਜੇ ਇੱਕ ਵੀ ਵਲੰਟੀਅਰ, ਬੇਸ਼ੱਕ ਕੋਈ ਵੀ ਹੋਵੇ, ਪ੍ਰੋਵਾਈਡਰ ਹੋਵੇ, STR ਹੋਵੇ, ਜੇ ਕੱਚੇ ਮੁਲਾਜ਼ਮਾਂ 'ਚ ਉਹ ਆ ਗਿਆ, ਉਹ ਤੇ ਸ਼ਰਤ ਕੋਈ ਮੰਨ ਲਓ ਵੀ ਢਿੱਲ ਹੋ ਗਈ, ਤਾਂ ਦੂਜਿਆਂ ਤੇ ਕਿਵੇਂ? ਦੂਜੇ ਕਿਹੜਾ ਘੱਟ ਯੋਗਤਾ ਰੱਖਦੇ ਨੇ? ਉਹੀ ਕੰਮ ਉਹਨਾਂ ਦਾ। ਜੇ ਉਹਨਾਂ ਦੇ ਮਤੇ ਜਿਵੇਂ ਪਏ ਹੋਏ ਨੇ, ਦੂਜਿਆਂ ਦੇ ਵੀ ਉਸੇ ਤਰ੍ਹਾਂ ਹੀ ਪਏ ਹੋਏ ਨੇ। ਉਹ ਕੋਈ ਅਲੱਗ ਨਹੀਂ ਹੈਗੇ। ਇਸ ਕਰਕੇ ਭੁਲੇਖਾ ਕੱਢ ਦਿਓ ਵੀ ਕਿਸੇ ਇੱਕ ਨੂੰ ਕਰ ਦੇਣਗੇ ਵੀ EP ਹੋ ਜਾਣਗੇ ਕੱਚੇ ਮੁਲਾਜ਼ਮਾਂ 'ਚ, ਜਾਂ STR ਹੋ ਜਾਣਗੇ, ਜਾਂ EGS ਵਾਲੇ ਹੋ ਜਾਣਗੇ। ਇੱਕ ਵੀ ਨਹੀਂ ਹੁੰਦਾ ਹੈਗਾ। ਜੇ ਹੋਣਗੇ ਤਾਂ ਸਾਰੇ ਹੋਣਗੇ ਕੱਚੇ ਮੁਲਾਜ਼ਮਾਂ 'ਚ, ਨਹੀਂ ਕੱਚੇ ਮੁਲਾਜ਼ਮਾਂ 'ਚ ਆਪਣਾ ਨਾਮ ਨਿਸ਼ਾਨ ਨਹੀਂ ਹੈਗਾ। ਇਸ ਨੂੰ ਭੁਲੇਖਾ ਕੱਢ ਦਿਓ। ਸਰਕਾਰ ਨੇ ਦੂਜੀ ਗੱਲ 83-93 ਪੋਸਟਾਂ ਦਾ ਬੋਲਤਾ ਵੀ 83-93 ਪੋਸਟਾਂ ਦੀ ਭਰਤੀ ਪੂਰੀ ਕਰੀ ਜਾਊਗੀ। 83-93 ਪੋਸਟਾਂ ਦੀ ਤਾਂ ਭਰਤੀ ਚਲੋ ਹੋਵੇ ਨਾ ਹੋਵੇ, ਉਹ ਤਾਂ ਪਤਾ ਹੀ ਹੈ ਵੀ 83-93 ਚ ਆਵਾਂਗੇ ਕਿੰਨੇ, ਸਾਰੇ 41-4200 ਆਉਣਗੇ ਮਸਾਂ। ਤੇ ਬਾਕੀ ਦਾ ਕੀ ਬਣੂਗਾ ਵੀ? ਬਾਕੀ ਬਾਰੇ ਕੋਈ ਸੋਚਿਆ? ਨਾਮ ਤਾਂ ਤੁਸੀਂ 13000 ਦਾ ਲੈਂਦੇ ਹੋ। ਇਸ ਕਰਕੇ ਵੀ ਜਿਹੜਾ ਵੀ ਕੰਮ ਆ ਏਕੇ ਨਾਲ ਹੋਊਗਾ। 83-93 ਨੂੰ ਛੱਡੋ, ਉਹ ਤਾਂ ਸਰਕਾਰ ਨੇ ਜਾਣ ਬੁੱਝ ਕੇ ਛੱਡਿਆ ਵੀ ਜਿਹੜਾ ਲੋਕ ਤਿਆਰੀ ਵੱਲ ਹੋ ਜਾਣ ਤੇ ਇੱਧਰ ਸੰਘਰਸ਼ਾਂ ਵੱਲ ਨਾ ਹੋਣ। ਤਿਆਰੀ ਹਰ ਇੱਕ ਨੂੰ ਜੀ ਕਰਦਾ, ਹਰ ਇੱਕ, ਮੈਨੂੰ ਵੀ ਇਹ ਆ ਵੀ ਮੈਂ ਵੀ ਉਹ ਟੈਸਟ 83-93 ਦਾ ਕਲੀਅਰ ਕਰਕੇ ਮੈਂ ਵੀ 41-4200 ਚ ਮੈਂ ਵੀ ਲੱਗ ਜਾਵਾਂ। ਪਰ ਪਤਾ ਹੀ ਹੈ ਵੀ ਟੈਸਟ ਨੂੰ 41-4200 ਚ 41-4200 ਲੱਗੂਗਾ, ਬਾਕੀ ਦਾ ਕੀ ਬਣੂਗਾ? ਬਾਕੀ ਲਈ ਜੇ ਕੁਝ ਪ੍ਰਾਪਤ ਕਰਨਾ ਤਾਂ ਤਨਖਾਹ ਦਾ ਮੁੱਦਾ ਮੇਨ ਬਣਾ ਕੇ ਸਰਕਾਰ ਨੂੰ ਵਧੀਆ ਹੱਥਾਂ ਨਾਲ ਘੇਰਨਾ ਪਊਗਾ। ਸੰਗਰੂਰ CM ਦਾ ਸ਼ਹਿਰ ਆ ਤੇ ਸੰਗਰੂਰ ਨੂੰ ਘੇਰੋ, ਜਾਂ ਮੋਹਾਲੀ ਨੂੰ ਵੀ ਘੇਰਨਾ ਤਾਂ ਏਕੇ ਨਾ ਘੇਰੋ। ਮੋਹਾਲੀ ਪਤਾ ਹੀ ਹੈ ਵੀ ਇੱਥੋਂ ਬੋਰਡ ਤੋਂ ਚੱਲ ਕੇ ਉਧਰ ਨੂੰ ਤੁਰ ਪਾਉਂਦੇ, ਉੱਥੇ ਜਾਣ ਨਹੀਂ ਦਿੰਦੇ ਅੱਗੇ। ਚੰਡੀਗੜ੍ਹ 'ਚ ਤਾਂ ਆਪਾਂ ਨੂੰ ਐਂਟਰ ਨਹੀਂ ਹੋਣ ਦਿੰਦੇ ਬੈਰੀਗੇਟਾਂ ਤੇ ਜਾਂ ਹੋਰ।
ਪਰ ਸੰਗਰੂਰ ਇੰਨਾ ਕਾ ਵੀ ਸੰਗਰੂਰ ਦੀ ਘੇਰਾਬੰਦੀ ਜੇ ਕਰੀ ਜਾਵੇ ਤਾਂ ਬਹੁਤ ਜ਼ਿਆਦਾ ਜਲਦੀ ਸਰਕਾਰ ਗੋਡਿਆਂ ਭਾਰ ਹੋਊਗੀ। ਇੱਕ ਰਹੀ ਗੱਲ ਕੇਡਰ ਦੀ, ਕੇਡਰ ਦੇਖ ਲਓ ਕੀ ਸ਼ਰਮ ਲਾਹੀ ਹੈ, ਬਿਲਕੁਲ ਵੀ ਸਾਰੀਆਂ ਛੁੱਟੀਆਂ ਲੰਘਾਤੀਆਂ, ਵਿੱਚੇ ਮੈਂ ਵੀ ਹਾਂ ਕੇਡਰ ਦੇ ਵਿੱਚ, ਮੈਂ ਆਪਦੇ ਆਪ ਨੂੰ ਵੀ ਕਹਿਣਾ ਵੀ ਮੈਂ ਵੀ ਸ਼ਰਮ ਲਾਹੀ ਹੈ ਬਿਲਕੁਲ ਵੀ। ਪਰ ਕਿਤੇ ਨਾ ਕਿਤੇ ਦੁੱਖ ਨਾਲ ਲਾਹੀ ਆ। ਕਈਆਂ ਨੇ ਛੁੱਟੀਆਂ ਸਾਰੀਆਂ ਲੰਘਾਤੀਆਂ ਤੇ ਸੁੱਤੇ ਪਏ ਨੇ, ਜਿਵੇਂ 6,000 ਨਾਏ ਸਰੀ ਆ, ਉਸ ਨੂੰ ਸ਼ਰਮ ਨਹੀਂ ਆਉਂਦੀ ਸਕੂਲ 'ਚ ਜਾਂਦਿਆਂ ਨੂੰ 6,000 ਲੈਂਦੇ ਹੋ। ਤੁਹਾਡੇ ਬਰਾਬਰ ਤਾਂ ਹੈਲਪਰਾਂ ਬਾਗੀਆਂ ਆਂਗਣਵਾੜੀ ਵਾਲਿਆਂ ਦੀਆਂ। ਇਸ ਤਰ੍ਹਾਂ ਹੋ ਰਹੇ ਹੋ ਵੀ ਪਤਾ ਨਹੀਂ ਸਾਨੂੰ ਕੀ ਮਿਲ ਰਿਹਾ। ਇਹ ਮੈਂ ਬਾਰ-ਬਾਰ ਕਹਿਣਾ ਵੀ ਲੜਨਾ ਤਾਂ ਪਊਗਾ ਸਰਕਾਰ ਦੇ ਨਾਲ, ਲੜਨਾ ਪਊਗਾ, ਪਰ ਇਹਦੇ ਨਾਲ ਏਕੇ ਨਾਲ ਲੜੋ। ਜਿਹੜਾ ਕੇਡਰ ਆ ਉਹ ਵੀ ਇਸ ਤਰ੍ਹਾਂ ਢੇਰੀ ਨਾ ਢਾਹੋ, ਇਹਨਾਂ ਦਾ ਏਕਾ ਕਰਾਉਣ ਤੇ ਜ਼ੋਰ ਲਾਓ। ਏਕਾ ਹੁੰਦਾ ਤਾਂ ਸਾਰੇ ਨਿਕਲੋ। ਪੰਜਾਬ ਦੇ ਸਾਰੇ ਕੇਡਰ ਨੂੰ ਬੇਨਤੀ ਹੈ ਵੀ ਸਾਰਾ ਕੇਡਰ ਦੁਬਾਰਾ ਨਿਕਲੋ। ਹਾਂ ਜ਼ਰੂਰੀ ਆ ਵੀ ਜੇ ਤੁਹਾਡੀ ਨਹੀਂ ਆਪਸ ਵਿੱਚ ਬਣਦੀ ਕੁਛ ਸਮੇਂ ਲਈ ਹੋ ਜਾਓ ਇਕੱਠੇ, ਉਸ ਤੋਂ ਬਾਅਦ ਅਲੱਗ-ਅਲੱਗ ਹੋ ਜਾਓ। ਆਪੋ ਆਪਦੇ ਕੇਡਰ ਦੇ ਤੁਸੀਂ ਆਪੇ ਪ੍ਰਧਾਨ ਹੋ। ਜਦੋਂ ਤੁਸੀਂ ਕਿਸੇ ਦਾ ਕੰਮ ਕਰੋਗੇ, ਬੀਪੀਓ ਦਫ਼ਤਰ 'ਚ ਕਿਸੇ ਨਾਲ ਜਾਓਗੇ, ਕਿਸੇ ਨਾਲ ਡੀਓ ਦਫ਼ਤਰ 'ਚ ਜਾਓਗੇ, ਜਾਂ ਕਿਸੇ ਦੀ ਬਦਲੀ ਸੰਬੰਧੀ ਮਹਾਲੀ ਜਾਓਗੇ, ਕੋਈ ਵੀ ਕੰਮ ਕਰੋਗੇ ਤੁਸੀਂ ਆਪਣੇ ਆਪ ਪ੍ਰਧਾਨ ਹੋ। ਪਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਪ੍ਰਧਾਨ ਕਹਾਈ ਜਾਓ ਤੇ ਕੰਮ ਪ੍ਰਧਾਨ ਨਾਲ ਇੱਕ ਵੀ ਨਾ ਹੋਇਆ ਹੋਵੇ। ਕੋਈ ਨਹੀਂ ਹੋਇਆ ਹੈਗਾ। ਤੁਹਾਡਾ ਮਜ਼ਾਕ ਉੱਡਦਾ। ਅਸੀਂ ਵਿਆਹਾਂ ਸ਼ਾਦੀਆਂ ਜਾਂਦੇ ਹਾਂ, ਤੁਹਾਨੂੰ ਇੰਨਾ ਪੁੱਠਾ ਬੋਲਦੇ ਨੇ, ਸਾਨੂੰ ਸੁਣਨਾ ਔਖਾ ਲੱਗਦਾ। ਮੈਂ ਸਿੱਧਾ ਕਹਿਣਾ ਵੀ ਸਾਨੂੰ ਇੰਨਾ ਸੁਣਨਾ ਔਖਾ ਲੱਗਦਾ। ਜਿਹੜੇ ਰੈਗੂਲਰ ਨਾਲ ਕਈ ਵਾਰ ਅਸੀਂ ਖੜਦੇ ਬੈਠਦੇ ਹਾਂ, ਉਹ ਤੁਹਾਨੂੰ ਪੁੱਠਾ ਬਹੁਤ ਬੋਲਦੇ ਨੇ ਵੀ ਤੁਹਾਡੇ ਪ੍ਰਧਾਨ ਇਸ ਤਰ੍ਹਾਂ ਨੇ, ਤੁਹਾਡੇ ਫਲਾਣੇ ਨੇ, ਪੰਜਾਂ ਦਾ ਨਾਮ ਲੈਂਦੇ ਨੇ। ਹਜੇ ਮੈਂ ਦੱਸਾਂ ਵੀ ਦਵਿੰਦਰ ਤੇ ਪੰਨੂ ਦਾ ਬਹੁਤ ਘੱਟ ਨਾਮ ਲਿਆ ਜਾਂਦਾ। ਇਸ ਗੱਲ ਦੇ ਵਿੱਚ ਦਵਿੰਦਰ ਤੇ ਪੰਨੂ ਦਾ ਬਹੁਤ ਘੱਟ ਨਾਮ ਲਿਆ ਜਾਂਦਾ, ਕਿਉਂਕਿ ਬੇਸ਼ੱਕ ਕੁਛ ਵੀ ਆ ਉਹਨਾਂ ਦਾ, ਉਹ ਦਵਿੰਦਰ ਆਉਂਦਾ ਪਹਿਲੀ ਕਤਾਰ ਦੇ ਵਿੱਚ STRਾਂ ਦਾ ਮੇਨ ਪ੍ਰਧਾਨ ਆ, ਪਰ ਉਸਦਾ ਉਹਨਾਂ ਖਰਾਬ ਕਰਨ ਦੇ ਵਿੱਚ ਨਾਮ ਨਹੀਂ ਲਿਆ ਜਾਂਦਾ ਜਿੰਨਾ ਅਜਮੇਰ ਔਲਖ ਨੂੰ ਗੁੜਦੇ ਕੜਾਹ ਵਾਂਗੂ ਲੈਂਦੇ ਨੇ EP ਵਾਲੇ ਨੂੰ, ਤੇ ਆਪਣੇ ਗੋਗਾ ਭੈਣ ਜੀ ਨੂੰ ਬਹੁਤ ਜ਼ਿਆਦਾ। ਮਤਲਬ ਜਦੋਂ ਮੈਂ ਸਿੱਧਾ ਕਹਿਣਾ ਵੀ ਗੋਗਾ ਭੈਣ ਜੀ ਨੂੰ ਕਹਿੰਦੇ ਨੇ ਕੰਮੇ ਤੁਹਾਡਾ ਉਹਨਾਂ ਨੇ ਖਰਾਬ ਕਰਿਆ, ਪਰ ਸਾਨੂੰ ਪਤਾ ਵੀ ਉਹਨਾਂ ਨੇ ਕੱਲਿਆਂ ਨੇ ਨਹੀਂ ਕਰਿਆ ਹੈਗਾ ਖਰਾਬ। ਖਰਾਬ ਤਾਂ ਦੇਖੋ ਮਿਲ ਕੇ ਪੰਜਾਂ ਨੇ ਕਰਿਆ ਕੰਮ ਖਰਾਬ, ਪਰ ਨਾਮ ਬਦਨਾਮ ਜ਼ਿਆਦਾ ਇਹਨਾਂ ਦਾ ਹੁੰਦਾ। ਤੇ ਇਹਨਾਂ ਦਾ ਨਾਮ ਬੇਸ਼ੱਕ ਮਸ਼ਹੂਰ ਇੰਨਾ ਵੀ ਇਹਨਾਂ ਨੂੰ ਸਾਰਾ ਪੰਜਾਬ ਜਾਣਦਾ। ਇੱਕ ਪੰਜਾਬ ਜਾਣਨ ਕਰਕੇ ਕਈ ਤਾਂ ਹੁਣ ਲਾ ਲਓ ਵੀ EPL ਤਾਂ ਕਹਿੰਦੇ ਨੇ ਵੀ ਜਿਹੜੇ ਸੰਘਰਸ਼ ਦੀ ਅਗਵਾਈ ਅਜਮੇਰ ਕਰਦਾ, ਉੱਥੇ ਤਾਂ ਕਹਿੰਦੇ ਕਦੇ ਕੁਝ ਬਣਿਆ ਹੀ ਨਹੀਂਗਾ, ਕਹਿੰਦੇ ਇਹ ਤਾਂ ਐਂ ਠਾਲ ਕੇ ਉੱਠਦਾ। ਮੈਂ ਇਹ ਗੱਲਾਂ ਤੁਹਾਨੂੰ ਤਾਂ ਦੱਸ ਰਿਹਾ ਵੀ ਤੁਹਾਡਾ ਨਾਮ ਕੋਈ ਬਹੁਤਾ ਨਹੀਂਗਾ। ਤੇ ਆਹ ਇੱਕ ਬਾਈ ਨੂੰ ਅਜਮੇਰ ਨੂੰ ਬੇਨਤੀ ਕਰਦਾ ਵੀ ਜਿਹੜਾ ਤੁਸੀਂ ਰੋਜ਼ ਅਪਡੇਟਾਂ ਪਾਉਂਦੇ ਹੋ, ਅਪਡੇਟਾਂ 'ਚ ਕੁਛ ਨਹੀਂ, ਜਦੋਂ ਕੰਮ ਹੋ ਗਿਆ ਤਾਂ ਆਟੋਮੈਟਿਕਲੀ ਪਤਾ ਲੱਗ ਜੂ ਵੀ ਅਜਮੇਰ ਨੇ ਕਿਹਨੇ ਕਰਵਾਇਆ। ਤੁਸੀਂ ਆਪਦੇ ਮੈਨੂੰ ਪਤਾ ਵੀ ਤੁਹਾਡਾ ਰੁਜ਼ਗਾਰ ਵਧੀਆ ਚੱਲ ਪਿਆ, ਤੁਹਾਨੂੰ ਵਿਊ ਬਹੁਤ ਵਧੀਆ ਆਉਂਦੇ ਨੇ, ਕਿਉਂਕਿ ਲੋਕਾਂ ਦੀ ਮਜਬੂਰੀ ਬਣ ਗਈ ਦੇਖਣਾ ਤੁਹਾਡੀ YouTube ਤੇ ਤੁਹਾਡੀ ਵੀਡੀਓ ਨੂੰ ਦੇਖਣਾ ਸੁਣਨਾ ਮਜਬੂਰੀ ਬਣ ਗਈ। ਉਹ ਆਸ ਨਾਲ ਦੇਖਦੇ ਨੇ ਵੀ ਕੀ ਕਹਿਣਗੇ। ਅਪਡੇਟ ਉਹੀ ਗੋਲ ਮੋਲ ਦੀਆਂ ਗੱਲਾਂ ਕਰਕੇ ਸਿੱਟਦਾ ਨੇ, ਤੁਹਾਨੂੰ ਵਿਊ ਬਣ ਜਾਂਦੇ ਨੇ, ਤੁਸੀਂ ਦੇਖ ਲੈਂਦੇ ਹੋ। ਪਰ ਇਹ ਵਿਊ ਬਹੁਤਾ ਟਾਈਮ ਕੰਮ ਨਹੀਂ ਆਉਣੇ, ਹੱਕ ਦੀ ਕਮਾਈ ਉਹ ਕਮਾਊ। ਤੁਸੀਂ ਲੋਕਾਂ ਨਾਲ ਖਿਲਵਾੜ ਕਰ ਰਹੇ ਹੋ। ਇਹ ਬੇਸ਼ੱਕ ਤੁਹਾਨੂੰ ਬਹੁਤ ਜ਼ਿਆਦਾ ਪਤਾ ਨਹੀਂ ਕਿ ਚੰਗਾ ਲੱਗੂ, ਪਤਾ ਨਹੀਂ ਮਾੜਾ ਲੱਗੂਗਾ, ਮੇਰਾ ਇਹ ਮੈਨੂੰ ਕੋਈ ਅਸਰ ਨਹੀਂ ਹੈਗਾ। ਮੈਂ ਬਹੁਤ ਟਾਈਮ ਚੁੱਪ ਰਿਹਾ, ਪਰ ਤੁਹਾਨੂੰ ਇਹ ਜਿਹੜੇ ਵਿਊ ਨੇ ਨਾ, ਇਹ ਵਿਊ ਬੇੜਾ ਬਿਠਾਉਣ 'ਚ ਕੰਮ ਕਰਨਗੇ। ਜੇ ਤੁਸੀਂ ਲੋਕਾਂ ਨਾਲ ਖਿਲਵਾੜ ਕਰ ਰਹੇ ਹੋ, ਕੀ ਦੱਸਦੇ ਹੋ ਤੁਸੀਂ? ਜਦੋਂ ਕੋਈ ਕੰਮ ਬਣ ਗਿਆ ਦੱਸ ਦਿਓ, ਉਹ ਸਾਰੀ ਰਿਪੋਰਟ ਤੁਹਾਡੀ ਜਾਂਦੀ ਆ ਹੋਰਾਂ ਨੂੰ, ਬਾਹਰਲਿਆਂ ਨੂੰ। ਤੁਹਾਡੇ ਇਹੀ ਅਸੀਂ ਨੇ ਜੀ ਪਤਵਾ ਲਿਆ ਕਰ ਲਿਆ, ਅਸੀਂ ਨੇ ਆਹ ਕਰ ਲਿਆ, ਇਹ ਵੀ ਤੁਸੀਂ ਦੱਸਦੇ ਹੁੰਦੇ ਸੀ ਨਾ ਹਰ ਰੋਜ਼ ਦੱਸ ਕੇ। ਤੁਸੀਂ ਨੇ ਉਹ ਫਰੈਸ਼ਰਾਂ ਨੂੰ ਇੰਨਾ ਕਾਮਯਾਬ ਕਰਤਾ, 50% ਦਵਾਤਾ ਤੁਸੀਂ ਨੇ। ਇਸ ਕਰਕੇ ਵੀ ਤੁਹਾਡੇ ਵਿਊਆਂ ਨੇ ਨੁਕਸਾਨ ਕਰਿਆ ਕੇਡਰ ਦਾ, ਤੇ ਤੁਹਾਨੂੰ ਥੋੜਾ ਮੋਟਾ ਫਾਇਦਾ ਹੋਇਆ ਹੋਊਗਾ। ਤੁਹਾਨੂੰ ਪਤਾ ਨਹੀਂ ਕੋਈ 4 ਪੈਸੇ ਆਉਂਦੇ ਨੇ, ਪਤਾ ਨਹੀਂ ਆਉਂਦੇ, ਪਰ ਇੱਕ ਤੁਸੀਂ ਆਪਦੇ ਚੈਨਲ ਜਿਹਾ ਬਣਾ ਕੇ ਲੈਂਦੇ ਹੋ, ਹਰ ਇੱਕ ਗੱਲ ਉਹਦੇ ਉੱਤੇ ਸ਼ੇਅਰ ਕਰ ਦਿੰਦੇ ਹੋ, ਤੇ ਪਰ ਉਹਦੇ ਨਾਲ ਤੁਸੀਂ ਨੇ ਕੇਡਰ ਦਾ ਬਹੁਤ ਨੁਕਸਾਨ ਕਰਿਆ। ਅੱਜ ਤੁਹਾਡਾ ਭਾਵੇਂ ਫਾਇਦਾ ਹੋ ਰਿਹਾ, ਪਰ ਨੁਕਸਾਨ ਤੁਹਾਡਾ ਵੀ ਹੋਊਗਾ, ਕਿਉਂਕਿ ਲੋਕ ਬੇਸ਼ੱਕ ਬੋਲਦੇ ਨਹੀਂ। ਮੈਂ ਅੱਜ ਬੋਲਿਆ, ਠੀਕ ਹੈ ਨਾ, ਲੋਕ ਬੋਲਦੇ ਨਹੀਂ, ਪਰ ਤੁਹਾਨੂੰ ਬਦਦੁਆਵਾਂ ਦਿਲੋਂ ਦਿੰਦੇ ਨੇ, ਕਿਉਂਕਿ ਤੁਸੀਂ ਨੇ ਬਹੁਤ ਨੁਕਸਾਨ ਕਰਿਆ ਕੇਡਰ ਦਾ। ਬੈਠ ਕੇ ਗੱਡੀ 'ਚ ਤੁਸੀਂ ਵਿਊ ਅੱਜ ਦੀ ਅਪਡੇਟ ਨੂੰ ਕੀ ਅਪਡੇਟ ਆ ਹਜੇ ਇਹ? ਤੁਸੀਂ ਤਾਂ ਪੱਤਰਕਾਰਾਂ ਨਾਲ ਉਹ ਵੀ ਕਰ ਗਏ, ਜਿਵੇਂ ਸਿੱਧੂ ਮੂਸੇਵਾਲੇ ਦੇ ਆਪਣੇ ਉਹਦੇ ਉੱਤੇ ਵਿਚਾਰੇ ਦੀ ਮੌਤ ਦੇ ਉੱਤੇ ਉਹਨਾਂ ਨੇ ਉਹ ਕਰੀਆਂ ਨਾ ਪੱਤਰਕਾਰਾਂ ਨੇ, ਇੰਨੀ ਸਿਆਸਤ ਕਰ, ਉਹੀ ਕੰਮ ਤੁਸੀਂ ਨੇ ਕਰਿਆ। ਹਰ ਇੱਕ ਗੱਲ ਨੂੰ ਅਪਡੇਟ ਕਹਿ ਦੇਣਾ, ਕਿਸੇ ਦਫ਼ਤਰ 'ਚ ਵਾਗੇ ਤਾਂ ਅਪਡੇਟ। ਉਹ ਲੋੜ ਨਹੀਂ ਸਾਨੂੰ ਅਪਡੇਟ ਦੀ। 6 ਮਹੀਨਿਆਂ 'ਚ ਤੁਸੀਂ ਨੇ ਕੰਮ ਦੱਸੋ ਕੀ ਕਰਕੇ ਦਿੱਤਾ?
ਅਪਡੇਟਾਂ ਤਾਂ ਬਹੁਤ ਹੋ ਗਈਆਂ ਤੁਹਾਡੀਆਂ, ਪਰ ਕੰਮ ਦੱਸੋ ਤੁਸੀਂ ਨੇ ਕੀ ਕਰਕੇ ਦਿੱਤਾ। ਤੇ ਦੂਜਾ ਮੈਂ ਗੋਗਾ ਤੇ ਵੀਰਪਾਲ ਭੈਣ ਜੀ ਨੂੰ ਕਹਿਣਾ ਚਾਹੁੰਦਾ ਵੀ ਦੇਖੋ ਤੁਸੀਂ ਵੀ ਪਰਿਵਾਰ ਚਲਾ ਰਹੇ ਹੋ, ਬਹੁਤ ਔਖਾ ਸਭ ਨੂੰ ਪਰਿਵਾਰ ਚਲਾਉਣਾ। ਕਿਤੇ ਨਾ ਕਿਤੇ ਜੇ ਏਕਾ ਕਰ ਲਓ, ਤੁਹਾਡਾ ਮਨ ਦਾ ਕੇਡਰ ਤੁਹਾਡੇ ਨਾਲ ਮਤਲਬ ਚੱਲ ਕੇ ਰਾਜੀ ਆ। ਪਰ ਜੇ ਕਹਿੰਦੇ ਹੁੰਦੇ ਨੇ ਵੀ ਕਿਸੇ ਵਾਸਤੇ ਆਪਾਂ ਦੁਸ਼ਮਣ ਦੇ ਨਾਲ ਵੀ ਤੁਰ ਪਈਏ ਤਾਂ ਕੋਈ ਹੋਰ ਨੁਕਸਾਨ ਨਹੀਂ ਹੁੰਦਾ। ਤੁਸੀਂ ਇਸ ਚੀਜ਼ ਨੂੰ ਸੋਚ ਕੇ ਚੱਲੋ। ਤੁਸੀਂ ਇਹ ਦੇਖੋ ਵੀ ਜੇ ਤੁਹਾਡੇ ਲੋਕ ਮੰਨਦੇ ਸੀਗੇ ਤਾਂ ਹੀ ਘਰਾਂ 'ਚ ਬੈਠੇ ਨੇ, ਪਰ ਲੋਕ ਤੁਹਾਡੇ ਨਾਲ ਕਿਉਂ ਨਹੀਂ ਨਾ ਤੁਹਾਡੇ ਨਾਲ ਤੁਰਦੇ ਨੇ ਨਾ ਕਿਸੇ ਹੋਰ ਪਾਸੇ ਜਾਂਦੇ ਨੇ, ਕਿਉਂਕਿ ਉਹ ਮਜਬੂਰ ਹੋ ਗਏ। ਉਹ ਇੱਕ ਦੇਖਣਾ ਚਾਹੁੰਦੇ ਨੇ। ਪਹਿਲਾਂ ਤਾਂ ਤੁਸੀਂ ਨੇ, ਹੁਣ ਇਸ ਗੱਲ ਦਾ ਬਹੁਤ ਗੁੱਸਾ ਲੱਗੂਗਾ, ਤੁਸੀਂ ਨੇ ਸਾਰਾ ਜਦੋਂ ਕੱਲਾ EGS ਦਾ ਕੇਡਰ ਹੁੰਦਾ ਸੀਗਾ, EGS AI ਦਾ, ਉਦੋਂ ਤਾਂ ਤੁਸੀਂ ਨੇ ਸਵਰਨਾ ਤੇ ਕੁਲਵੰਤ ਕੁਮਾਰੀ ਨਾਲ ਨਹੀਂ ਬਣਾ ਕੇ ਰੱਖੀ ਹੈਗੀ। ਉਹਨਾਂ ਨੂੰ ਆਪਣਾ ਕਹਿੰਦੇ ਸੀਗੇ ਵੀ ਉਹ ਵੀ ਗਲਤ ਨੇ। ਤੇ ਹੁਣ ਜਦੋਂ ਇਹਨਾਂ ਨਾਲ ਹੋ ਗਿਆ ਤਾਂ ਇਹ ਵੀ ਇਸ ਤਰ੍ਹਾਂ ਨਾ ਕਰੋ। ਨੁਕਸਾਨ ਬਹੁਤ ਜ਼ਿਆਦਾ ਕੇਡਰ ਦਾ ਹੋ ਰਿਹਾ ਤੇ ਇਹਦੇ ਵਿੱਚ ਕੇਡਰ ਦਾ ਤਾਂ ਇਹੀ ਕਸੂਰ ਆ ਵੀ ਹੁਣ ਨਿਕਲਣਾ ਬੰਦ ਹੋਇਆ, ਪਰ ਜਦੋਂ ਕੇਡਰ ਨਿਕਲਦਾ ਉਦੋਂ ਉਹਦਾ ਤੁਸੀਂ ਫਾਇਦਾ ਨਹੀਂ ਲਿਆ। ਠੀਕ ਆ, ਦੇਣਾ ਸਰਕਾਰ ਨੇ ਸੀ, ਪਰ ਤੁਹਾਡੇ ਪਿੱਛੇ ਕੇਡਰ ਤਾਂ ਖੜਿਆ ਸੀ ਨਾ। ਦੇਣਾ ਤਾਂ ਸਰਕਾਰ ਨੇ ਸੀਗਾ, ਪਰ ਤੁਹਾਡੇ ਪਿੱਛੇ ਕੇਡਰ ਖੜਿਆ ਸੀ। ਤੁਹਾਨੂੰ ਇਹ ਕਹਿੰਦਾ ਸੀਗਾ ਵੀ ਜੋ ਮਰਜ਼ੀ ਕਰ ਲਓ, ਜਿਹੜੇ ਫੈਸਲੇ ਤੁਸੀਂ ਲੈਣੇ ਨੇ ਉਹ ਲੈ ਲਓ, ਅਸੀਂ ਤੁਹਾਡੇ ਨਾਲ ਖੜੇ ਆ। ਇੰਨਾ ਲੰਬਾ ਸੰਘਰਸ਼ ਚੱਲਿਆ, ਇਕੱਠ ਦੀ ਕੋਈ ਕਮੀ ਨਹੀਂ ਛੱਡੀ, ਕੋਈ ਪੈਸੇ ਦੀ ਕਮੀ ਨਹੀਂ ਛੱਡੀ ਹੈਗੀ। ਤੇ ਫਿਰ ਤੁਸੀਂ ਨੇ ਉਹਦਾ ਫਾਇਦਾ ਕੀ ਲੈ ਕੇ ਦਿੱਤਾ। ਦੂਜਾ, ਮੈਂ ਜਿਹੜੇ ਜਿਆਦੇ ਕਿਸੇ ਵੀ ਹੋਰ ਉਹਨਾਂ ਦੇ ਦੇਖੋ, ਅੱਜ ਮੈਂ ਗੋਗਾ ਤੇ ਵੀਰਪਾਲ ਭੈਣ ਜੀ ਦੇ ਨਾਲ ਆ, ਹੁਣ ਵੀ ਨਾਲ ਆ ਤੇ ਨਾਲ ਹੀ ਸੀ। ਮੈਂ ਆਪਦਿਆਂ ਦੇ ਖਿਲਾਫ ਵੀ ਬੋਲ ਪਿਆ, ਪਰ ਕੀ ਹੋਰ ਕੋਈ ਰੱਖਦਾ ਅਜਿਹੀ ਹਿੰਮਤ? ਜਿਹੜੇ ਹੋਰ ਨੇ, ਹੋਰ ਕੇਡਰ ਦੇ ਨੇ, STR ਨੇ, STR ਨੂੰ ਪਤਾ ਨਹੀਂਗਾ ਵੀ ਸਾਡਾ ਦਵਿੰਦਰ ਕਿੱਥੇ ਗਲਤ ਆ। STR ਨੂੰ ਸਭ ਪਤਾ ਹੁੰਦਾ ਵੀ ਸਾਡਾ ਦਵਿੰਦਰ ਕਿੱਥੇ ਗਲਤ ਆ, ਪਰ ਸਿਰ ਝੁਕਾ ਲੈਂਦੇ ਨੇ। ਕੀ ਗੱਲ, ਤੁਸੀਂ ਮੁੱਲ ਵਿਕ ਗਏ? ਜਦ EP ਵਾਲਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਾਡਾ ਅਜਮੇਰ ਵੀ ਗਲਤ ਆ। ਤੁਸੀਂ ਨਹੀਂ ਬੋਲਦੇ ਹੈਗੇ। ਤੁਹਾਨੂੰ ਪਤਾ ਸੀਗਾ ਵੀ ਪੰਨੂ ਦੀ ਕਿੱਥੇ ਗਲਤੀਆਂ ਨੇ, ਜਸਵੰਤ ਪੰਨੂ ਦੀਆਂ, ਤੁਸੀਂ ਨਾ ਬੋਲੇ ਬਿਲਕੁਲ ਵੀ। IV ਵਾਲੇ ਇਹ ਤੁਹਾਡੀ ਜਿਹੜੀ ਚਮਚਾਗਿਰੀ ਹੁੰਦੀ ਹੈ, ਇਹੀ ਆਪਾਂ ਨੂੰ ਮਰਵਾਉਂਦੀ ਆ। ਤੁਹਾਨੂੰ ਪਤਾ ਸੀਗਾ ਵੀ ਇੱਥੇ ਗਲਤ ਨੇ, ਪਰ ਤੁਸੀਂ ਨਾ ਜੀ, ਅਸੀਂ ਸਾਡਾ ਤਾਂ ਆਗੂ ਗਲਤ ਨਹੀਂ ਹੁੰਦਾ, ਅਸੀਂ ਆਪਦੇ ਨੂੰ ਗਲਤ ਕਹਿੰਦੇ ਆ। ਅਸੀਂ ਦੇਖੋ, ਜੇ ਸਾਡੇ ਮੱਖਣ ਤੋਲਾਵਾਲ ਦੇ ਵਿੱਚ ਗਲਤੀ ਹੁੰਦੀ ਸੀ, ਅਸੀਂ ਉਹਦੇ ਵਿੱਚ ਵੀ ਗਲਤੀ ਕੱਢਦੇ। ਜੇ ਸਾਡੇ ਗੁਰਜੀਤ ਦੇ ਵਿੱਚ ਗਲਤੀ ਹੁੰਦੀ ਹੈ, ਗੋਗੇ ਦੇ ਵਿੱਚ, ਅਸੀਂ ਉਹਨੂੰ ਵੀ ਕਹਿ ਦਿੰਦੇ ਹਾਂ ਵੀ ਸਾਡਾ ਗੁਰਜੀਤ ਗਲਤ ਆ। ਤੇ ਪਰ ਜੇ ਗੋਗਾਂ ਦੇ ਵਿੱਚ ਗਲਤੀ ਹੈ ਤਾਂ ਅਸੀਂ ਗਲਤ ਗੋਗਾ ਨੂੰ ਵੀ ਕਹਿੰਦੇ ਹਾਂ, ਵੀਰਪਾਲ ਨੂੰ ਵੀ, ਸਵਰਨਾ ਨੂੰ ਵੀ। ਅਸੀਂ ਆਪਦਿਆਂ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ। ਤੁਸੀਂ ਤਾਂ ਗਲਤ ਨੂੰ ਗਲਤ ਵੀ ਨਹੀਂ ਕਹਿ ਸਕਦੇ ਹੈਗੇ। ਤੁਸੀਂ ਤਾਂ ਸਿਰਫ ਚਮਚਾਗਿਰੀ ਕਰਦਾ। ਬਾਕੀ ਕੇਡਰ ਹੁਣ ਲੱਗੂਗਾ ਤਾਂ ਬਹੁਤ ਬੁਰਾ ਵੀ ਐਂ ਕਿਉਂ ਕਹਿਤਾ, ਪਰ ਕਰਦੇ ਹੋ ਕਿਤੇ ਨਾ ਕਿਤੇ। ਗਲਤੀਆਂ ਸਾਰੇ ਪੰਜਾਂ ਨੇ ਕਰੀਆਂ ਨੇ, 6 ਦੇ 6 ਨੇ। ਤੁਸੀਂ ਨੇ ਉਹਨਾਂ ਨੂੰ ਰੋਕਿਆ ਨਹੀਂਗਾ ਕਿਤੇ ਵੀ ਇੱਥੋਂ ਇਸ ਤਰ੍ਹਾਂ ਨਾ ਕਰੋ। ਅਸੀਂ ਰੋਪੜ ਗਏ ਸੀਗੇ, ਰੋਪੜ ਜਿੱਦੇ ਇਹਨਾਂ ਨੇ ਕਾਰਵਾਈ ਪਾਈ ਸੀਗੀ, ਅਸੀਂ ਜਾ ਕੇ ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਨੇ ਇਹ ਫੈਸਲਾ ਗਲਤ ਕਰਿਆ, ਵਾਪਸ ਮੋਹਾਲੀ ਚਲੇ ਜਾਓ। ਠੀਕ ਹੈ ਨਾ। ਰੋਪੜ ਕਾਰਵਾਈ ਪਈ ਤੀ, ਅਸੀਂ ਖੁਦ ਪਹੁੰਚ ਗਏ ਸੀ ਰੋਪੜ, ਪਰ ਅਸੀਂ ਨੇ ਰੋਪੜ ਐਂ ਦੱਸੋ ਵੀ ਧਰਨਾ ਲਾ ਲਿਆ ਸੀਗਾ। ਧਰਨਾ ਉਸੇ ਸ਼ਾਮ ਨੂੰ ਵਾਪਸ ਆ ਗਿਆ ਸੀਗਾ ਮੋਹਾਲੀ। ਪਰ ਅੱਗੇ ਬੋਲਣ ਲੱਗਿਆ ਨੇ STR ਨੇ ਜਾਂ EP ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਵੀ ਉਹਨਾਂ ਨੇ ਇੰਨਾ ਵਿਰੋਧ ਕਰਿਆ ਗੋਗਾ ਤੇ ਵੀਰਪਾਲ ਦਾ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ। ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਕੋਈ ਗੱਲ ਨਹੀਂ, ਚਲੋ ਚਲੇ ਗਏ ਤੀ, ਕਾਰਵਾਈ ਪਾਈ ਤੀ ਵੀ ਹੁਣ ਤਾਂ ਉਹ ਤਾਂ ਜੀ ਬਸ ਵੀ ਸਾਡਾ ਹੀ ਹੋ ਗਿਆ ਧਰਨਾ, ਆਪਦਾ ਹੀ ਬਣਾ ਕੇ ਬੈਠ ਗਏ ਵੀ ਜੇ ਕੋਈ ਕਿਤੇ ਚਲਾ ਗਿਆ ਤਾਂ ਹੁਣ ਤਾਂ ਸਾਡਾ ਹੀ ਧਰਨਾ ਹੋ ਗਿਆ। ਕੀ ਗੱਲ, ਉਹ ਕਿਸੇ ਦੀ ਨਿੱਜੀ ਜਾਇਦਾਦ ਤੀ, ਫਿਰ ਲੈ ਕੇ ਦਿੰਦੇ। ਮੈਂ ਹੁਣ ਤਿੰਨਾਂ ਨੂੰ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਲੈ ਕੇ ਦਿੰਦੇ ਨਾ ਕੁਛ। ਚਲੋ ਗੋਗਾ ਤੇ ਵੀਰਪਾਲ ਤਾਂ ਸਾਈਡ ਤੇ ਹੋ ਗਈਆਂ ਤੀਗੀਆਂ, ਫਿਰ ਲੈ ਕੇ ਦਿੰਦੇ ਨਾ। ਕੀ ਲੈ ਕੇ ਦਿੱਤਾ? ਅਪਡੇਟਾਂ, ਫਤਵਾ ਲਿਆ, ਪਤਾ ਨਹੀਂ ਕੀ ਕੁਛ ਲੈ ਕੇ, ਨਾਮ ਜੇ ਲੈ ਕੇ 8-9 ਲੱਖ ਨੂੰ ਉਧਰ ਰਗੜਾ ਲਾਤਾ। ਇੰਨੀ ਫੀਸ ਦੇਤੀ ਜੀ ਜਾਂ ਹੋਰ ਦੇਤੀ, ਲੋਕਾਂ ਦੇ ਫੰਡ ਬੇਕਾਰ ਕਰਤੇ। ਇਸ ਕਰਕੇ ਵੀ ਗਲਤੀਆਂ ਸਭ ਤੋਂ ਹੋਈਆਂ ਨੇ, ਗਲਤੀਆਂ ਸਾਡੇ ਤੋਂ ਵੀ ਹੁੰਦੀਆਂ ਨੇ। ਅਸੀਂ ਵੀ ਮੰਨਦੇ ਵੀ ਅਸੀਂ ਹੁਣ ਮਹੀਨਾ ਲਗਾਤਾਰ ਸੰਘਰਸ਼ ਚੱਲਿਆ, ਅਸੀਂ ਨਹੀਂ ਨਿਕਲੇ, ਪਰ ਸਾਨੂੰ ਕਿਹੜੇ ਮੂੰਹ ਨੂੰ ਨਿਕਲਦੇ? ਸਾਨੂੰ ਦਿਖ ਰਿਹਾ ਸ਼ੀਸ਼ਾ ਵੀ ਜਦੋਂ ਤੱਕ ਇੱਕ ਨਹੀਂ ਹੈਗੇ, ਭਾਵੇਂ ਮੋਹਾਲੀ ਬੈਠੇ ਰਹੋ, ਭਾਵੇਂ ਸੰਗਰੂਰ ਬੈਠ ਜਾਓ, ਭਾਵੇਂ ਬਰਨਾਲੇ 'ਚ, ਪਰ ਕੁਛ ਪ੍ਰਾਪਤ ਨਹੀਂ ਹੋਣਾ। ਜੇ ਕੁਛ ਪ੍ਰਾਪਤ ਕਰਨਾ ਤਾਂ ਇੱਕ ਹੋ ਕੇ ਆਪਦੇ ਮਨ ਮੁਟਾਵ ਦੂਰ ਕਰਕੇ, ਜਿਹੜੀ ਗੱਲ ਆ ਸਿੱਧੀ ਮੂੰਹ ਤੇ ਕਹਿ ਦਿਓ ਆਪਦੇ ਆਗੂ ਨੂੰ ਤੇ ਦੂਜੇ ਨੂੰ, ਪਰ ਵਿੱਚ ਵਿਆਹੋ ਜ਼ਹਿਰ ਘੋਲਣਾ ਬੰਦ ਕਰੋ। ਸਾਡਾ ਅੱਜ ਵੀ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਹੈਗਾ, ਕੋਈ ਵੀ ਨਿੱਜੀ, ਕੋਈ ਮੇਰਾ ਦਵਿੰਦਰ ਨੇ ਮਾੜਾ ਨਹੀਂ ਕਰਿਆ ਹੈਗਾ, ਕੋਈ ਅਜਮੇਰ ਨੇ ਮਾੜਾ ਨਹੀਂ ਕਰਿਆ, ਪਰ ਜਿਹੜੀਆਂ ਗੱਲਾਂ ਦੀ ਘਾਟ ਆ ਉਹ ਅਸੀਂ ਸਿੱਧੀਆਂ ਤੇ ਸਪਸ਼ਟ ਦੱਸਤੀਆਂ। ਬੇਨਤੀ ਆ ਵੀ ਜਲਦੀ ਹੀ, ਮੈਨੂੰ ਲੱਗਦਾ ਵੀ ਤੁਸੀਂ ਇਸ ਆਡੀਓ ਨੂੰ ਇੱਕ ਆਪਦਾ ਨਿੱਜੀ ਵਿਚਾਰ ਸਮਝ ਕੇ ਇਹਨੂੰ ਐਕਸੈਪਟ ਕਰੋਗੇ ਤੇ ਜਲਦੀ ਏਕੇ ਨਾਲ
ਤੇ ਤਾਲਮੇਲ ਵਾਲਿਆਂ ਦੀ ਮੈਂ ਗਲਤੀ ਦੱਸੀ ਉਹ ਆ, ਉਹਨਾਂ ਨੇ ਗਲਤੀ ਕਰ ਲਈ ਚਲੋ ਪਹਿਲਾਂ, ਪਰ ਜੇ ਅੱਜ ਉਹਨਾਂ ਨਾਲ ਵੀ ਅਸੀਂ ਤਾਂ ਕਹਿੰਦੇ ਵੀ ਜੇ ਇੱਕ ਹੋ ਕੇ ਲੜਿਆ ਜਾਂਦਾ ਤਾਂ ਇੱਕ ਹੋ ਕੇ ਲੜੋ। ਜਿੱਦੇ ਤੁਸੀਂ ਇੱਕ ਹੋ ਕੇ ਕੋਈ ਪ੍ਰੋਗਰਾਮ ਦਓਗੇ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ ਜ਼ਿਲ੍ਹਾ, ਇਹ ਤੁਹਾਨੂੰ ਮੂਹਰੇ ਖੜੇ ਮਿਲਣਗੇ, ਕਿਉਂਕਿ ਸਾਨੂੰ ਪਤਾ ਵੀ ਸਾਡੇ ਇਹ 4-5 ਜ਼ਿਲ੍ਹਿਆਂ ਦੇ ਵਿੱਚੋਂ ਕੋਈ ਬਹੁਤੀ ਆਪਸ ਵਿੱਚ ਨਾ ਖਿੱਚਦਾ ਹੋਣਾ, ਨਾ ਅਸੀਂ ਆਪਸ ਵਿੱਚ ਕਦੇ ਬਹੁਤਾ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਨੇ, ਤੇ ਇੱਕ ਹੋ ਕੇ ਲੜਿਆ। ਤੇ ਜਦੋਂ ਵੀ ਤੁਸੀਂ ਉਹ ਕਰੋਗੇ ਤਾਂ 4-5 ਜ਼ਿਲ੍ਹੇ ਇਹ ਜਿਹੜੇ ਮੇਨ ਨੇ, 5 ਨਾਲ ਮੇਰਾ ਵਧੀਆ ਲਿੰਕ ਆ, ਮਾਨਸਾ, ਪਟਿਆਲਾ, ਬਰਨਾਲਾ, ਸੰਗਰੂਰ, ਮਲੇਰਕੋਟਲਾ, ਇਹ 5 ਜ਼ਿਲ੍ਹਿਆਂ ਦੇ ਵਿੱਚੋਂ ਕੇਡਰ ਆਊਗਾ ਤੁਹਾਡੀ ਮਦਦ ਤੇ ਬੇਨਤੀ ਆ ਵੀ ਤੁਸੀਂ ਇੱਕ ਹੋਵੋ। ਅਸੀਂ ਤਾਂ ਤਿਆਰ ਬੈਠੇ ਹਾਂ ਤੁਹਾਡੇ ਸੰਘਰਸ਼ ਵਿੱਚ ਸਾਥ ਦੇਣ ਨੂੰ। ਲੋਕਾਂ ਦੇ ਭਵਿੱਖ ਦਾ ਖਿਲਵਾੜ ਨਾ ਕਰੋ ਤੇ ਲੋਕਾਂ ਨੂੰ ਕੁਛ ਨਾ ਕੁਛ ਪ੍ਰਾਪਤ ਕਰਕੇ ਦਿਓ, ਇਹੀ ਬੇਨਤੀ ਸੀਗੀ। ਬਹੁਤ ਮਨ ਅੱਕਿਆ ਪਿਆ ਕਿਉਂਕਿ 6000 ਤੇ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ, ਜਾਣ ਨੂੰ ਜੀ ਨਹੀਂ ਕਰਦਾ ਹੈਗਾ। ਆ ਬਜਟ ਪੇਸ਼ ਹੋ ਗਿਆ, ਅਪਡੇਟ ਕੱਲ ਪਾਈ ਸੀਗੀ ਪ੍ਰਧਾਨ ਸਾਹਿਬ ਨੇ ਵੀ ਬਜਟ ਦੇ ਵਿੱਚ ਮਿਲੂਗਾ। ਮੈਨੂੰ ਨਹੀਂ ਲੱਗਦਾ ਹੈਗਾ, ਜਿਹੜੀਆਂ ਇਹ ਸਿਰਫ ਗੱਲਾਂ ਨੇ। ਤੁਸੀਂ ਤਾਂ ਬਹੁਤ ਟਾਈਮ ਦੇ ਰਹੇ ਹੋ ਤੁਸੀਂ ਤੇ ਅਨੁਭਵ ਗੁਪਤਾ ਤੇ ਤੁਸੀਂ ਤਾਂ ਬਹੁਤ ਕਿੱਦੇ ਦੇ ਕਹਿ ਰਹੇ ਹੋ ਵੀ ਕੰਮ ਬਣ ਗਿਆ, ਪਰ ਨਹੀਂ, ਇਸ ਤਰ੍ਹਾਂ ਨਹੀਂ ਬਣਦਾ ਹੈਗਾ। ਏਕੇ ਨਾਲ ਚੱਲੋਗੇ ਤਾਂ ਬਣੂਗਾ, ਪਰ ਜੇ ਹਜੇ ਵੀ ਚੌਧਰਾ ਕਰੋਗੇ ਤਾਂ ਨੁਕਸਾਨ ਕਰੋਗੇ। ਚਲੋ ਮੰਨਿਆ ਤੁਹਾਨੂੰ ਆਪਦਾ ਹਜੇ ਨੁਕਸਾਨ ਨਹੀਂ ਦਿਖਣਾ, ਪਰ ਜੇ ਲੋਕਾਂ ਦੀਆਂ ਦਬਾਵਾਂ ਲੱਗਦੀਆਂ ਤਾਂ ਵੱਧ ਦਬਾਵਾਂ ਵੀ ਲੱਗਦੀਆਂ ਨੇ। ਇਹੀ ਬੇਨਤੀ ਸੀਗੀ। ਮੈਥੋਂ ਬੋਲਿਆ ਗਿਆ ਅੱਜ, ਮੈਨੂੰ ਪਤਾ ਵੀ ਕੁਛ ਥੋੜਾ ਤਿੱਖਾ ਬੋਲਿਆ ਗਿਆ, ਪਰ ਫੇਰ ਵੀ ਮੈਂ ਮਾਫੀ ਮੰਗਦਾ ਤੇ ਕੇਡਰ ਲਈ ਬੋਲਿਆ ਗਿਆ। ਕੋਈ ਮੈਨੇ ਆਪਦਾ ਨਿੱਜੀ, ਮੇਰਾ ਕਿਸੇ ਨਾਲ ਕੋਈ ਉਹ ਨਹੀਂ, ਮੈਨੇ ਕਿਸੇ ਨੂੰ ਕੋਈ ਨਿੱਜੀ ਕੋਈ ਪੈਸੇ ਆਪਦੇ ਨਹੀਂ ਦਿੱਤੇ ਵੀ ਮੈਨੇ ਕਿਸੇ ਨੂੰ ਖਵਾਇਆ, ਮੇਰਾ ਕੋਈ ਫੰਡ ਖਾ ਗਿਆ ਜਾਂ ਮੇਰਾ ਕੋਈ ਪੈਸਾ ਖਾ ਗਿਆ। ਪਰ ਦੁੱਖ ਜ਼ਰੂਰ ਲੱਗਿਆ ਕਿਉਂਕਿ ਸਮਾਂ ਬਰਬਾਦ ਬਹੁਤ ਹੋਇਆ ਕੇਡਰ ਦਾ। ਇਸ ਕਰਕੇ ਉਸ ਨੂੰ ਧਿਆਨ 'ਚ ਰੱਖਦੇ ਹੋ ਤੁਸੀਂ ਏਕਾ ਕਰੋਗੇ ਤੇ ਜਲਦ ਹੀ ਏਕੇ ਦਾ ਪ੍ਰੋਗਰਾਮ ਦਓਗੇ। ਜਿੱਥੇ ਵੀ ਦਓਗੇ ਤਾਂ ਕੇਡਰ ਸਾਰਾ ਨਿਕਲੂਗਾ ਤੇ ਲੈ ਕੇ ਨਿਕਲਾਂਗੇ ਤੇ ਕੁਛ ਦਬਾਉਣ ਦੀ ਤੁਸੀਂ ਕੋਸ਼ਿਸ਼ ਕਰਿਓ। ਅਸੀਂ ਕੇਡਰ ਨੂੰ ਕੱਢਾਂਗੇ। ਧੰਨਵਾਦ।